ਅੱਜ ਕ੍ਰਾਂਤੀ ਟੀਵੀ ਦੀ ਟੀਮ ਆਪਣੇ ਪ੍ਰੋਗਰਾਮ ਕੌਮ ਦੇ ਹੀਰੇ ਦੇ 9th ਐਪੀਸੋਡ ਵਿੱਚ ਪਹੁੰਚੀ ਹੈ ਪਿੰਡ ਬਹਾਦਰ ਕੇ ਵਿਖੇ, ਜਿੱਥੇ ਕਿ ਸਿੰਗਰ ਵਿੱਕੀ ਬਹਾਦਰ ਕੇ ਜੀ ਨਾਲ ਆਪ ਜੀ ਨੂੰ ਰੂਬਰੂ ਕਰਵਾ ਰਹੇ ਹਾਂ, ਜੋ ਕਿ ਬਹੁਤ ਹੀ ਛੋਟੀ ਉਮਰ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਹੋਏ ਹਨ ਅਤੇ ਆਪਣੀ ਗਾਇਕੀ ਦੇ ਜ਼ਰੀਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਹਨ। ਆਓ ਆਪ ਜੀ ਨੂੰ ਮਿਲਾਉਂਦੇ ਹਾਂ ਸਿੰਗਰ ਵਿੱਕੀ ਬਹਾਦਰ ਕੇ ਜੀ ਦੇ ਨਾਲ। ਉਹਦਾ ਜੀਣਾ ਵੀ ਜਗ ਤੇ ਕੀ ਜੀਣਾ, ਜਿਹਦਾ ਕੌਮ ਦੇ ਨਾਲ ਪਿਆਰ ਹੈ ਨਹੀਂ। ਪਿਤਾ ਪੁਰਖਿਆਂ ਆਪਣੇ ਰਹਿਬਰਾਂ ਲਈ ਪੂਰਾ ਦਿਲਾਂ ਦੇ ਵਿੱਚ ਸਤਿਕਾਰ ਹੈ ਨਹੀਂ। ਰੱਤੂ ਉਹ ਕੌਮ ਤਰੱਕੀ ਨਹੀਂ ਕਰ ਸਕਦੀ, ਮਨੀ ਮੀਡੀਆ ਜਿਹਦਾ ਅਖਬਾਰ ਹੈ ਨਹੀਂ। ਮਨੀ ਮੀਡੀਆ ਜਿਹਦਾ ਅਖਬਾਰ ਹੈ ਨਹੀਂ। ਕ੍ਰਾਂਤੀ ਟੀਵੀ ਦੇਖ ਰਹੇ ਸਾਰੇ ਹੀ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਸਾਥੀਓ, ਮੈਂ ਕਮਲ ਤਲਣ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕ੍ਰਾਂਤੀ ਟੀਵੀ ਦੇ ਜ਼ਰੀਏ ਅਸੀਂ ਨਵੇਂ ਤੋਂ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ। ਅਸੀਂ ਪ੍ਰੋਗਰਾਮ ਕੌਮ ਦੇ ਹੀਰੇ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਆਏ ਹਾਂ, ਜਿੱਥੇ ਕਿ ਅਸੀਂ ਜਿੰਨੇ ਵੀ ਸਾਡੇ ਸਮਾਜ ਦੇ ਰਾਈਟਰ ਔਰ ਜਿਨ੍ਹਾਂ ਨੇ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਸੰਬੰਧੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜੀਵਨ ਸੰਬੰਧੀ ਰਚਨਾਵਾਂ ਲਿਖੀਆਂ, ਔਰ ਬਹੁਤ ਸਾਰੇ ਮਿਸ਼ਨਰੀ ਗਾਇਕ ਜਿਨ੍ਹਾਂ ਨੇ ਕਿ ਬਾਬਾ ਸਾਹਿਬ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਜੀਵਨ ਅਤੇ ਮਿਸ਼ਨ 'ਤੇ ਰਚਨਾਵਾਂ ਅਨੇਕਾਂ ਹੀ ਗਾਈਆਂ। ਔਰ ਅੱਜ ਅਸੀਂ ਅਜਿਹੇ ਫਨਕਾਰ ਕਲਾਕਾਰ ਦੇ ਕੋਲ ਪਹੁੰਚੇ ਹਾਂ ਜਿਨ੍ਹਾਂ ਨੇ ਪੰਜਾਬ ਹੀ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਆਪਣੀ ਵੱਖਰੀ ਗਾਇਕੀ ਦੀ ਤਾਂਘ ਜਮਾਈ ਹੈ, ਔਰ ਹਮੇਸ਼ਾ ਮਿਸ਼ਨ ਦੀਆਂ ਧੁਨਾਂ 'ਤੇ ਗਾਉਣ ਵਾਲਾ ਉਹ ਗਾਇਕ ਕਲਾਕਾਰ, ਵੱਖਰੀ ਆਵਾਜ਼ ਦਾ ਮਾਲਕ ਔਰ ਮਿੱਠੀ ਮਿੱਠੀ ਆਵਾਜ਼ ਦਾ ਦਿਲਾਂ 'ਤੇ ਮਿਸ਼ਨਰੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ, ਔਰ ਜਿਨ੍ਹਾਂ ਨੇ ਕਿ ਮਿਸ਼ਨ ਦਾ ਹੋਕਾ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਦਿੱਤਾ ਹੈ, ਔਰ ਹਮੇਸ਼ਾ ਮਿਸ਼ਨਰੀ ਦਿਲਾਂ 'ਤੇ ਰਾਜ ਕਰਨ ਵਾਲੀ ਮਿਸ਼ਨਰੀ ਆਵਾਜ਼ ਵਿੱਕੀ ਬਹਾਦਰ ਕੇ ਜੀ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਜੈ ਗੁਰਦੇਵ, ਜੈ ਭੀਮ ਜੀ। ਹਾਂਜੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਸਰ, ਅੱਜ ਕ੍ਰਾਂਤੀ ਟੀਵੀ ਤੁਹਾਡੇ ਵਿਚਕਾਰ ਨਵਾਂ ਪ੍ਰੋਗਰਾਮ ਲੈ ਕੇ ਆਈ ਹੈ ਕਿ ਕੌਮ ਦੇ ਹੀਰੇ ਪ੍ਰੋਗਰਾਮ, ਜਿਸ ਦੇ ਵਿੱਚ ਕ੍ਰਾਂਤੀ ਟੀਵੀ ਨੇ ਇੱਕ ਪਰਨ ਕੀਤਾ ਹੈ ਕਿ ਜਿੰਨੇ ਵੀ ਸਾਡੇ ਸਮਾਜ ਦੇ ਰਾਈਟਰ, ਜਿੰਨੇ ਵੀ ਸਾਡੇ ਸਮਾਜ ਦੇ ਕਲਾਕਾਰ, ਕਵੀ ਔਰ ਬੁੱਧੀਜੀਵੀ, ਸਮਾਜ ਸੇਵਕ, ਜਿਨ੍ਹਾਂ ਨੇ ਸਮਾਜ ਦੇ ਲਈ ਵੀ ਕੁਛ ਨਾ ਕੁਛ ਕੀਤਾ ਹੈ, ਔਰ ਅੱਜ ਕ੍ਰਾਂਤੀ ਟੀਵੀ ਤੁਹਾਡੇ ਦਰ 'ਤੇ ਆਇਆ ਆਪਣਾ ਇਹ ਪ੍ਰੋਗਰਾਮ ਲੈ ਕੇ। ਤੁਸੀਂ ਸਭ ਤੋਂ ਪਹਿਲਾਂ ਸੰਗਤਾਂ ਨੂੰ ਕ੍ਰਾਂਤੀ ਟੀਵੀ ਦੇ ਜ਼ਰੀਏ ਕੁਝ ਸੰਦੇਸ਼ ਦਿਓ ਜੀ। ਮੈਂ ਸਭ ਤੋਂ ਪਹਿਲਾਂ ਕ੍ਰਾਂਤੀ ਟੀਵੀ ਦੇ ਮਾਲਕ, ਬਹੁਤ ਹੀ ਮਾਇਨਾਜ਼ ਹਸਤੀ, ਮਿਸ਼ਨਰੀ ਹਸਤੀ ਜਨਾਬ ਸ਼ਿੰਦਾ ਕੌਲਧਾਰ ਜੀ, ਉਹਨਾਂ ਦਾ ਬਹੁਤ ਬਹੁਤ ਰਹਿਣੀ ਆ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਸਮਾਜ ਦੇ, ਸਾਡੇ ਵਰਗੇ ਮਿਸ਼ਨਰੀ ਕਲਾਕਾਰਾਂ, ਰਾਈਟਰਾਂ, ਸਿੰਗਰਾਂ, ਲੇਖਕਾਂ ਨੂੰ ਆਪਣਾ ਮੈਸੇਜ ਦੇਣ ਦਾ ਜਿਹੜਾ ਜ਼ਰੀਆ ਬਣਾਇਆ। ਇੱਕ ਨਵਾਂ ਜੋ ਉਪਰਾਲਾ ਕੀਤਾ ਹੈ ਕੌਮ ਦੇ ਹੀਰੇ, ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਸਾਡੇ ਕੋਲ ਆਪਣਾ ਮੀਡੀਆ ਦੀ ਸਾਨੂੰ ਬਹੁਤ ਵੱਡੀ ਘਾਟ ਹੈ, ਔਰ ਮੈਂ ਇਹਨਾਂ ਦਾ ਰਹਿਣੀ ਹੈ ਕਿ ਪੂਰੀ ਟੀਮ, ਜਿਵੇਂ ਕਮਲ ਤਲਣ ਜੀ ਬਹੁਤ ਸਾਡੇ ਸਮਾਜ ਨੂੰ ਦੇਣ ਹੈ, ਪੂਰੀ ਟੀਮ ਕ੍ਰਾਂਤੀ ਟੀਵੀ ਦੀ, ਬੱਬੂ ਭਾਜੀ, ਰੇਖਾ ਦੀਦੀ ਔਰ ਸਾਰੀ ਟੀਮ ਅੱਜ ਮੇਰੇ ਘਰ ਆਈ ਹੈ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੈਨੂੰ ਆਪਣੇ ਦਿਲ ਦੀਆਂ ਗੱਲਾਂ, ਸਾਡੀ ਸੋਚ, ਸਾਡਾ ਸੰਦੇਸ਼ ਲੈ ਕੇ ਅਸੀਂ ਕੀ ਕਰਨਾ ਚਾਹੁੰਦੇ ਹਾਂ ਉਹ ਸਾਡੇ ਘਰ ਆਏ ਹਾਂ। ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਕਿ ਤੁਸੀਂ ਐਡਾ ਵਧੀਆ ਉਪਰਾਲਾ ਸਾਡੇ ਲਈ ਕੀਤਾ ਜੀ। ਜੀ ਵਿੱਕੀ ਜੀ, ਅੱਜ ਤੁਹਾਡਾ ਅਸੀਂ ਬਹਾਦਰ ਕੇ ਪਿੰਡ ਦੇ ਵਿੱਚ ਆਏ ਹਾਂ, ਜਿੱਥੇ ਸਾਨੂੰ ਬਹੁਤ ਵਧੀਆ ਲੱਗਾ ਕਿ ਦੇਖੋ ਮਿਸ਼ਨਰੀ ਲੋਕ ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਗਾਇਆ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੂੰ ਗਾਇਆ, ਔਰ ਸਾਡਾ ਸਮਾਜ ਅੱਗੇ ਕਿਉਂ ਨਹੀਂ ਵੱਧ ਰਿਹਾ? ਕਿਉਂਕਿ ਇੱਕ ਮੀਡੀਆ ਦੇ ਜ਼ਰੀਏ, ਕਿਉਂਕਿ ਸਾਡਾ ਜਿਹੜਾ ਮੀਡੀਆ ਉਹ ਗੱਲ ਨਹੀਂ ਕਰਦਾ ਸਾਡੇ ਸਮਾਜ ਦੀ, ਔਰ ਹਮੇਸ਼ਾ ਜਿਹੜੀਆਂ ਕੌਮਾਂ ਆਪਣੇ ਪੁਰਖਿਆਂ ਦੀ ਔਰ ਆਪਣੇ ਪ੍ਰਚਾਰਕਾਂ ਦੀ ਕਦਰ ਨਹੀਂ ਕਰਦੀਆਂ, ਉਹ ਹਮੇਸ਼ਾ ਗੁਲਾਮ ਰਹਿੰਦੀਆਂ ਨੇ। ਔਰ ਕ੍ਰਾਂਤੀ ਟੀਵੀ ਅੱਜ ਤੁਹਾਡੇ ਦਰ 'ਤੇ ਆਇਆ ਹੈ, ਔਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਆਪਣੇ ਚਾਹਣ ਵਾਲਿਆਂ ਨੂੰ ਤੁਸੀਂ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ ਔਰ ਜਨਮ ਤਿਥੀ ਕੀ ਹੈ, ਔਰ ਤੁਹਾਡੇ ਮਾਤਾ ਪਿਤਾ ਜੀ ਔਰ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਜੀ? ਕਮਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਉਸ ਗੱਲ ਦਾ ਜਵਾਬ ਦੇਵਾਂ ਕਿ ਕਹਿੰਦੇ ਕੁੱਲੀਆਂ ਦੇ ਵਿੱਚੋਂ ਬਗਾਵਤ ਸ਼ੁਰੂ ਹੁੰਦੀ ਹੈ। ਇਹ ਜਿਹੜੀ ਬਗਾਵਤ ਸੀ, ਚਾਹੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਗੱਲ ਕਰੋ, ਚਾਹੇ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰੋ, ਜਦੋਂ ਵੀ ਇਹਨਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ, ਸਿਸਟਮ ਨਾਲ ਜਦੋਂ ਵੀ ਇਹਨਾਂ ਨੇ ਹੱਕ ਦੀ ਆਵਾਜ਼ ਉਠਾਈ ਹੈ, ਤਾਂ ਇਹਨਾਂ ਨੇ ਕੁੱਲੀਆਂ ਦੇ ਵਿੱਚ ਇਹ ਬਗਾਵਤ ਸ਼ੁਰੂ ਕੀਤੀ ਸੀ। ਤਾਂ ਅੱਜ ਅਸੀਂ ਇਸ ਕ੍ਰਾਂਤੀ ਟੀਵੀ ਜ਼ਰੀਏ ਮੈਂ ਸਮਾਜ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਜਿਵੇਂ ਮੀਡੀਆ ਸਾਡਾ ਨਹੀਂ ਹੈਗਾ, ਇਸ ਕਰਕੇ ਅਸੀਂ ਆਪਣਾ ਮੈਸੇਜ ਲੋਕਾਂ ਤੱਕ ਨਹੀਂ ਦੇ ਪਾ ਰਹੇ, ਪਰ ਇਹ ਬਹੁਤ ਵਧੀਆ ਉਪਰਾਲੇ, ਜਿਵੇਂ ਨਵੇਂ ਸਾਡੇ ਚੈਨਲ ਸ਼ੁਰੂ ਹੋ ਰਹੇ ਆ, ਨਵੀਂ ਅਖਬਾਰਾਂ ਸ਼ੁਰੂ ਹੋ ਰਹੀਆਂ ਆ। ਅਤੇ ਬਾਕੀ ਮੇਰਾ ਬਹਾਦਰ ਕੇ ਪਿੰਡ ਹੈ, ਮੈਂ ਇੱਥੋਂ ਦਾ ਜੰਮਪਲ, ਮੇਰਾ ਜਨਮ 19 ਜਨਵਰੀ 1994 ਨੂੰ ਮੇਰੇ ਮਾਤਾ ਜੀ ਰਵਿੰਦਰ ਕੌਰ ਜੀ ਔਰ ਮੇਰੇ ਫਾਦਰ ਸਾਹਿਬ ਮਨਸਾ ਰਾਮ ਜੀ, ਔਰ ਮੈਨੂੰ ਇਹਨਾਂ ਨੇ ਹਮੇਸ਼ਾ ਹੀ ਸੱਚ ਦੇ ਰਾਹ 'ਤੇ ਚੱਲਣ ਦੀ ਆਦਤ ਪਾਈ ਹੈ। ਔਰ ਅੱਜ
ਤੁਹਾਡਾ ਤਜਰਬਾ ਮੇਰੇ ਤੋਂ ਜ਼ਿਆਦਾ ਹੈ, ਤੁਸੀਂ ਮੇਰੇ ਤੋਂ ਬਹੁਤ ਸੀਨੀਅਰ ਆ ਕਿ ਮੈਨੂੰ ਇਸ ਲਾਈਨ 'ਚ ਆਏ ਨੂੰ 12 ਕੁ ਸਾਲ ਹੋ ਗਏ ਹੈ ਤੇ ਕੋਸ਼ਿਸ਼ ਹੈ ਜਦ ਤੱਕ ਸਾਹ ਚੱਲਦੇ ਆਪਣੇ ਮਿਸ਼ਨ ਲਈ, ਆਪਣੇ ਸਮਾਜ ਲਈ ਸੱਚ ਦੇ ਰਾਹ 'ਤੇ ਗਾਵਾਂਗੇ ਔਰ ਉਹਨਾਂ ਲੋਕਾਂ ਨੂੰ ਬਹੁਜਨ ਸਮਾਜ ਦੇ ਰਹਿਬਰਾਂ ਦਾ ਹਮੇਸ਼ਾ ਸੁਨੇਹਾ ਦਾਂਗੇ ਕਿ ਸਾਡੇ ਸਤਿਗੁਰ ਰਵਿਦਾਸ ਮਹਾਰਾਜ, ਬਾਬਾ ਸਾਹਿਬ ਅੰਬੇਦਕਰ, ਮਾਨਯਵਰ ਸਾਹਿਬ ਕਾਂਚੀ ਰਾਮ ਨੇ ਸਾਡੇ ਲਈ ਕੀਤਾ ਕੀ ਹੈ। ਸੱਚ ਦੀ ਮਤਲਬ ਅਸੀਂ ਗੱਲ ਕਰਨ ਤੁਰੇ ਹੋਏ ਹਾਂ ਤੇ ਆਖਰੀ ਸਾਹ ਤੱਕ ਚੱਲਾਂਗੇ ਜੀ। ਵਿੱਕੀ ਬਹਾਦਰ ਕੇ ਜੀ, ਤੁਸੀਂ ਪੰਜਾਬ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਅੱਜ ਛਾਏ ਹੋਏ ਹੋ ਔਰ ਹਮੇਸ਼ਾ ਲੋਕਾਂ ਦੀ ਆਵਾਜ਼ ਤੇ ਤੁਹਾਡਾ ਨਾਂ ਆ ਜ਼ੁਬਾਨ ਤੇ ਔਰ ਬੱਚੇ ਦੀ ਜ਼ੁਬਾਨ ਤੇ ਇੱਕ ਨਾਮ ਹੈ ਕਿ ਵਿੱਕੀ ਬਹਾਦਰ ਕੇ। ਔਰ ਤੁਸੀਂ ਜਦੋਂ ਵੀ ਸਟੇਜ ਤੇ ਆਉਂਦੇ ਹੋ ਕੋਈ ਨਾ ਕੋਈ ਨਵਾਂ ਸੰਦੇਸ਼ ਸਮਾਜ ਨੂੰ ਦੇਣ ਵਾਸਤੇ ਆਉਂਦੇ ਹੋ। ਔਰ ਸਭ ਤੋਂ ਪਹਿਲਾਂ ਤੁਹਾਡਾ ਸਤਿਗੁਰ ਰਵਿਦਾਸ ਮਹਾਰਾਜ ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜੀਵਨ ਅਤੇ ਮਿਸ਼ਨ ਤੇ ਸਭ ਤੋਂ ਪਹਿਲਾ ਸੌਂਗ ਕਿਹੜਾ ਆਇਆ ਸੀ ਜੀ? ਮੇਰੇ ਸਭ ਤੋਂ ਪਹਿਲਾਂ ਜੋ ਮੈਂ 6ਵੀਂ ਕਲਾਸ ਵਿੱਚ ਪੜ੍ਹਦਾ ਸੀ ਉਦੋਂ ਮੇਰੀ ਐਲਬਮ ਆਈ ਸੀ ਧੰਨ ਗੁਰੂ ਰਵਿਦਾਸ, ਜੋ ਅਸੀਂ ਮਲਟੀ ਕੀਤੀ ਸੀ। ਉਹਦੇ ਵਿੱਚ ਮੇਰਾ ਸੌਂਗ ਸੀਗਾ ਇੱਕ, ਮੈਂ ਥੋੜੀ 2 ਲਾਈਨਾਂ ਪੇਸ਼ ਕਰਦਾ ਉਹਦੀ। ਧੰਨ ਗੁਰੂ ਰਵਿਦਾਸ, ਜੈ ਗੁਰੂ ਰਵਿਦਾਸ, ਧੰਨ ਗੁਰੂ ਰਵਿਦਾਸ, ਜੈ ਗੁਰੂ ਰਵਿਦਾਸ, ਧੰਨ ਗੁਰੂ ਰਵਿਦਾਸ, ਜੈ ਗੁਰੂ ਰਵਿਦਾਸ, ਧੰਨ ਗੁਰੂ ਰਵਿਦਾਸ, ਜੈ ਗੁਰੂ ਰਵਿਦਾਸ। ਮੈਂ ਤੇਰੇ ਚਰਨਾਂ ਵਿੱਚ ਆਇਆ, ਮੈਂ ਤੇਰੇ ਚਰਨਾਂ ਵਿੱਚ ਆਇਆ, ਰੱਖ ਚਰਨਾਂ ਦੇ ਪਾਸ, ਧੰਨ ਗੁਰੂ ਰਵਿਦਾਸ, ਜੈ ਗੁਰੂ ਰਵਿਦਾਸ, ਧੰਨ ਗੁਰੂ ਰਵਿਦਾਸ, ਜੈ ਗੁਰੂ ਰਵਿਦਾਸ, ਧੰਨ ਗੁਰੂ ਰਵਿਦਾਸ, ਜੈ ਗੁਰੂ ਰਵਿਦਾਸ। जगमग जगमग कर दी, जगमग जगमग कर दी, कांछी दे विच आया सतगुर, बन दुखियां दा दर्दी, बन दुखियां दा दर्दी। मां कल सानू मिलन वधाइयां, मां कल सानू मिलन वधाइयां, होई चानण दी बरसात, धन गुरु रविदास, जय गुरु रविदास, धन गुरु रविदास, जय गुरु रविदास, धन गुरु रविदास, जय गुरु रविदास। आके दर्शन पांदे, आके दर्शन पांदे, धन धन तेरी लीला विष्णु, एहो ने जस गांदे, एहो ने जस गांदे। देवतियां टल्लियां खड़का के, देवतियां टल्लियां खड़का के, कीत सी अरदास, धन गुरु रविदास, जय गुरु रविदास, धन गुरु रविदास,
रविदास। बहादुर के बड़ा दास गुरां दा रहिंदा नाम ते आउंदा, रहिंदा नाम ते आउंदा। शाम सवेरे कांछी वाले दी रहे आरती गाउंदा, रहे आरती गाउंदा। तेरे इस द्वारे उत्तों, तेरे इस द्वारे उत्तों ना जावे कोई निराश। धन गुरु रविदास, जय गुरु रविदास। धन गुरु रविदास, जय गुरु रविदास। मैं तेरे चरनां विच आया, रख चरनां दे पास। धन गुरु रविदास, जय गुरु रविदास। धन गुरु रविदास, जय गुरु रविदास। ਜੀ ਇਹ Song ਕਿਹਨਾਂ ਦਾ ਲਿਖਿਆ ਹੋਇਆ ਔਰ ਇਸ Song ਨੂੰ ਬੜਾ ਮਾਣ ਔਰ ਬੜਾ ਸਤਿਕਾਰ ਵੀ ਸਮਾਜ ਨੇ ਦਿੱਤਾ ਹੈ? ਹਾਂਜੀ ਬਿਲकुल ਜੀ, ਇਹ ਗੀਤ ਸਾਡੇ ਪਿੰਡ ਤੋਂ ਮੇਰੇ ਬਹੁਤ ਹੀ ਸਤਿਕਾਰਯੋਗ ਭਗਤ ਰਾਮ ਨਾਫਰੇ ਜੀ ਜੋ ਬਹਾਦਰ ਕੇ ਪਿੰਡ ਦੇ ਰਹਿਣ ਵਾਲੇ ਹੈ। ਮੇਰੇ ਫਾਦਰ ਸਾਹਿਬ ਨੇ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਨਾਲ ਮਿਲਾਇਆ ਸੀ ਕਿ ਆਪਣੇ ਪਿੰਡ ਤੋਂ ਇਹ ਰਾਈਟਰ ਜੋ ਕਿ ਹਰ ਤਰ੍ਹਾਂ ਦਾ ਗੀਤ ਲਿਖਦੇ, ਤਾਂ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿਉਂਕਿ ਮੈਨੂੰ ਮੇਰੇ ਫਾਦਰ ਸਾਹਿਬ ਨੇ ਜਿੰਨਾ ਵੀ ਪੜ੍ਹਾਇਆ, ਪਹਿਲੇ ਦਿਨ ਮੇਰੇ ਪਾਪਾ ਜਦੋਂ ਸਤਿਗੁਰੂ ਰਵਿਦਾਸ ਮਾ ਦੀ ਬੁੱਕ ਕੋਈ ਨਾ ਕੋਈ ਪੜ੍ਹਦੇ ਹੁੰਦੇ ਸੀ, ਉਹ ਆਪ ਪੜ੍ਹ ਕੇ ਮੈਨੂੰ ਬੁੱਕ ਦੇ ਦਿੰਦੇ ਸੀਗੇ ਕਿ ਇਹ ਸਾਡੇ ਰਹਿਬਰ ਸਤਿਗੁਰੂ ਰਵਿਦਾਸ ਮਾ ਦੀ ਬੁੱਕ ਹੈ। ਤਾਂ ਮੈਂ ਉਹ ਪੜ੍ਹ ਕੇ ਫਿਰ ਸੱਚ ਦੇ ਰਾਹ 'ਤੇ ਚੱਲਣਾ ਸ਼ੁਰੂ ਕੀਤਾ ਜੀ। ਵਿੱਕੀ ਬਹਾਦਰ ਕੇ ਜੀ, ਤੁਸੀਂ ਇਹ ਮਿਸ਼ਨ ਦੇ ਨਾਲ ਨਾਲ ਹੋਰ ਵੀ ਕੋਈ ਤੁਸੀਂ ਆਪਣਾ Song ਕੀਤਾ ਇੱਦਾਂ ਦਾ ਜਿਹੜਾ ਕਿ ਸਮਾਜ ਦੇ ਵਿੱਚ ਔਰ ਜਿਹੜਾ ਕਿ ਅੱਜ ਰਿਸ਼ਤਿਆਂ ਦੇ ਨਾਤੇ ਕੋਈ Song ਹੋਵੇ ਤੁਹਾਡਾ? ਰਿਸ਼ਤੇ ਦੇ ਨਾਂ 'ਤੇ ਜਲਦੀ ਅਸੀਂ ਜਿੱਦਾਂ ਨਸ਼ਿਆਂ 'ਤੇ ਜਾਂ ਜੋ ਸਾਡੇ ਸਮਾਜ ਦੇ ਲੋਕ ਪਰਦੇਸੀ ਸੱਤ ਸਮੁੰਦਰੋਂ ਪਾਰ ਬੈਠੇ ਆ, ਸਾਡੇ ਭਰਾ ਜੋ ਇੱਥੇ ਦੇ ਸਿਸਟਮ ਤੋਂ ਦੁਖੀ ਹੋ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਲਈ ਸੱਤ ਸਮੁੰਦਰੋਂ ਪਾਰ ਬੈਠੇ ਆ, ਉਹਨਾਂ ਵਾਸਤੇ ਅਸੀਂ ਪਰਦੇਸੀਆਂ ਵਾਸਤੇ ਇੱਕ ਜਲਦ ਗੀਤ ਲੈ ਕੇ ਆ ਰਹੇ ਹਾਂ ਔਰ ਇੱਕ ਜੋ 6ਵਾਂ ਦਰਿਆ ਜੋ ਪੰਜਾਬ ਵਿੱਚ ਵਗਦਾ ਨਸ਼ਿਆਂ 'ਤੇ ਉਹ ਵੀ ਲੈ ਕੇ ਆ ਰਹੇ ਹਾਂ। ਤੇ ਮਿਸ਼ਨ 2019 ਜਿਵੇਂ ਕਿ ਤੁਹਾਨੂੰ ਪਤਾ ਹੈ ਕਮਲ ਜੀ, ਤੁਸੀਂ ਵੀ ਸਾਡੇ ਨਾਲ ਹੀ ਹੋ ਉਸ ਐਲਬਮ ਦੇ ਵਿੱਚ 2019 ਮਿਸ਼ਨ ਐਲਬਮ ਕਰ ਰਹੇ ਹਾਂ, ਉਹਦੇ ਵਿੱਚ ਨਵੇਂ ਪ੍ਰੋਜੈਕਟ ਆ ਰਹੇ ਆ ਜੀ। ਤੇ ਹੋਰ ਬਾਬਾ ਸਾਹਿਬ ਅੰਬੇਦਕਰ ਜਿੱਦਾਂ ਮੋਰੇ 19 ਫਰਵਰੀ ਨੂੰ ਸਤਿਗੁਰੂ ਰਵਿਦਾਸ ਸਮਾਰੋਹ ਜਿਹਦਾ 2019 ਵਿੱਚ ਆ ਰਿਹਾ, ਉਹਦੇ ਵਾਸਤੇ ਅਸੀਂ ਗੁਰਪੁਰਬ ਦੇ ਸੰਬੰਧ ਵਿੱਚ ਜਿਹੜੀ ਐਲਬਮ ਕਰ ਰਹੇ ਹਾਂ, ਉਹ ਵੀ ਕੁਝ ਰਚਨਾਵਾਂ ਤੁਹਾਡਾ ਮੈਂ ਨਜ਼ਰਅੰਦਾਜ਼ ਕਰਾਂਗਾ। ਵਿੱਕੀ ਬਹਾਦਰ ਕੇ ਜੀ, ਔਰ ਜਿਵੇਂ ਕਿ ਮਿਸ਼ਨ ਦੇ ਨਾਲ ਨਾਲ ਹੋਰ ਵੀ ਕੁਝ ਤੁਹਾਡਾ ਗਾਉਣ ਦਾ ਇਰਾਦਾ ਬਣਿਆ, ਔਰ ਜਿਵੇਂ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਔਰ ਜਿੱਦਾਂ ਅੱਜ ਕੱਲ੍ਹ ਦੇ ਮੁੰਡੇ ਗਾਉਂਦੇ ਨੇ, ਔਰ ਤੁਹਾਡਾ ਵੀ ਕੀ ਬਣਿਆ ਇੱਦਾਂ ਦਾ ਕੋਈ ਸਬੱਬ ਕਿ ਅਸੀਂ ਵੀ ਗਾਈਏ, ਇੱਦਾਂ ਦਾ ਕੁਝ ਮਨ ਬਣਾਇਆ? ਕਮਲ ਜੀ ਇੱਦਾਂ ਸੀ ਭਾਜੀ ਵੀ ਜੇ ਬਾਬਾ ਸਾਹਿਬ ਅੰਬੇਦਕਰ ਇਹਨਾਂ ਗੱਲਾਂ ਨੂੰ ਸੋਚ ਲੈਂਦੇ ਜਾਂ ਮਾਨਯਵਰ ਸਾਹਿਬ ਕਾਂਚੀ ਰਾਮ ਇਹਨਾਂ ਗੱਲਾਂ ਨੂੰ ਸੋਚ ਲੈਂਦੇ ਤਾਂ ਸ਼ਾਇਦ ਅੱਜ ਤੁਸੀਂ ਇੱਥੇ ਨਾ ਬੋਲਦੇ ਹੁੰਦੇ ਤਾਂ ਮੈਂ ਸ਼ਾਇਦ ਅੱਧਾ ਨਾ ਗਾਉਂਦਾ ਹੁੰਦਾ। ਕਹਿੰਦੇ ਜ਼ਮਾਨੇ ਨਾਲ ਸਾਰੇ ਬਦਲ ਜਾਂਦੇ ਆ, ਪਰ ਜ਼ਮਾਨੇ ਨੂੰ ਨਾਲ ਲੈ ਕੇ ਚੱਲਣਾ ਬਹੁਤ ਵੱਡੀ ਗੱਲ ਹੁੰਦੀ ਹੈ। ਕਦੇ ਅੱਜ ਤੱਕ ਮਨ ਵਿੱਚ ਆਇਆ ਨਹੀਂ, ਕਿਉਂਕਿ ਜੋ ਪਰਉਪਕਾਰ ਸਾਡੀ ਕੌਮ ਤੇ ਸਤਿਗੁਰੂ ਰਵਿਦਾਸ ਸਮਾਜ ਬਾਬਾ ਸਾਹਿਬ ਅੰਬੇਦਕਰ ਨੇ ਕੀਤੇ ਹੈ, ਉਹਨਾਂ ਦਾ ਅਸੀਂ ਕਦੇ ਦੇਣਾ ਨਹੀਂ ਦੇ ਸਕਦੇ। ਇਸ ਲਈ ਜੋ ਉਹਨਾਂ ਨੇ ਕਿਹਾ ਸੀ ਮੈਂ ਆਖਰੀ ਸਾਹ ਤੱਕ ਉਸ ਮੂਵਮੈਂਟ ਨਾਲ ਹੀ ਚੱਲੂੰਗਾ ਤੇ ਉਹਨਾਂ ਨੂੰ ਹੀ ਗਾਊਂਗਾ। ਵਿੱਕੀ ਬਹਾਦਰ ਕੇ ਜੀ, ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਜੀ? ਕਮਲ ਜੀ, ਮੇਰੇ ਫਾਦਰ ਸਾਹਿਬ ਬਹੁਤ ਹੀ ਮੇਰੇ ਜਿਹਨਾਂ ਦਾ ਹਮੇਸ਼ਾ ਮੇਰੇ ਉੱਪਰ ਤੇ ਪਰਉਪਕਾਰ ਰਿਹਾ ਹੈ, ਮੇਰੀ ਮੰਮੀ ਜੀ ਜਿਨ੍ਹਾਂ ਦੀ ਮੈਨੂੰ ਸਪੋਰਟ ਰਹੀ ਹੈ, ਔਰ ਮੇਰੇ ਸੱਜੇ ਖੱਬੇ ਬਾਹਾਂ ਮੇਰੇ 3 ਭਰਾ ਜੀ ਤੇ ਇੱਕ ਮੇਰੇ ਭੈਣ ਜੀ ਦੀਦੀ ਜੋ ਵਿਆਹੇ ਹੋਏ ਆ ਜੀ। ਠੀਕ ਹੈ, ਫੈਮਿਲੀ ਸਾਰੀ ਭਾਬੀ ਜੀ ਆ, 2 ਭਤੀਜੇ ਆ, ਘਰ ਦੀ ਰੌਣਕ ਸਾਡੀ ਵਧੀਆ ਰਲੀ ਮਿਲੀ ਫੈਮਿਲੀ ਆ। ਆ ਕੇ ਇੰਜੋਏ ਕਰ ਲਈਦਾ ਸਾਰਿਆਂ ਨਾਲ ਜੀ। ਵਿੱਕੀ ਬਹਾਦਰ ਕੇ ਜੀ, ਕੀ ਤੁਸੀਂ ਜਿਵੇਂ ਕਿ ਹਰ ਕੋਈ ਸਿੰਗਰ ਹੈ, ਹਰ ਕੋਈ ਰਾਈਟਰ ਹੈ, ਜਿਵੇਂ ਕਿ ਅਸੀਂ ਵੀ ਜਿਨ੍ਹਾਂ ਦੇ ਵਿੱਚ ਆਉਂਦੇ ਹਾਂ, ਔਰ ਹਰ ਇੱਕ ਦਾ ਮਨ ਹੁੰਦਾ ਕਿ ਅਸੀਂ ਵੀ ਵਿਦੇਸ਼ ਦੀ ਧਰਤੀ 'ਤੇ ਜਾਈਏ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਸਾਨੂੰ ਹੱਕ ਔਰ ਅਧਿਕਾਰ ਲੈ ਕੇ ਦਿੱਤੇ ਨੇ। ਕਿ ਤੁਸੀਂ ਵੀ ਕਿਸੇ ਕੰਟਰੀ ਦੇ ਵਿੱਚ ਗਏ ਹੋ? ਨਹੀਂ ਕਮਲ ਜੀ, ਹਾਲੇ ਤੱਕ ਕਿਤੇ ਨਹੀਂ ਗਏ ਅਸੀਂ, ਪਰ ਕਿਉਂਕਿ ਅਸੀਂ ਇੱਥੇ ਵੀ ਬਹੁਤ ਵਧੀਆ ਹਾਂ, ਜਿੱਦਾਂ ਵੀ ਕੰਮ ਕਰ ਰਹੇ ਹਾਂ ਮਿਸ਼ਨ ਤੋਂ ਸਾਨੂੰ ਬੇਲ ਨਹੀਂ ਹੈਗੀ। ਠੀਕ ਹੈ, ਸਮਾਜ
ਕੰਮ ਦੇਈ ਜਾਂਦਾ, ਅਸੀਂ ਕਰੀ ਜਾਂਦੇ ਹਾਂ। ਉਹਦੇ ਨਾਲ ਸਾਡੇ ਸਮਾਜ ਦੁੱਖ ਦਰਦ ਇੰਨੇ ਕਿ ਸਾਨੂੰ ਹਰ ਰੋਜ਼ ਸਕੂਲ, ਕਾਲਜ, ਹਸਪੀਟਲਾਂ ਵਿੱਚ ਸਾਡੇ ਸਮਾਜ ਦੀ ਹੈਲਪ ਲਈ ਜਾਣਾ ਪੈਂਦਾ। ਅਸੀਂ ਜਾਂਦੇ ਹਾਂ ਅਤੇ ਜਦੋਂ ਵਿਦੇਸ਼ਾਂ ਦਾ ਮੌਕਾ ਮਿਲੂਗਾ ਤਾਂ ਅਸੀਂ ਜ਼ਰੂਰ ਉੱਥੇ ਜਾ ਕੇ ਵੀ ਸਤਿਗੁਰੂ ਰਵਿਦਾਸ ਸਮਾਜ ਬਾਬਾ ਸਾਹਿਬ ਅੰਬੇਦਕਰ ਦੀ ਮਿਸ਼ਨ ਦਾ ਪ੍ਰਚਾਰ ਕਰਨ ਜ਼ਰੂਰ ਜਾਵਾਂਗੇ ਜੀ। ਤੁਹਾਡਾ ਸਿੰਗਿੰਗ ਲਾਈਨ ਤੋਂ ਹਟ ਕੇ ਕੁਝ ਹੋਰ ਵੀ ਸਾਈਡ ਬਿਜ਼ਨਸ ਹੈ ਕੁਝ? ਮੈਂ ਅੱਜ ਇਸ ਪ੍ਰੋਗਰਾਮ ਜ਼ਰੀਏ ਸਾਰੇ ਸਮਾਜ ਨੂੰ ਦੱਸ ਦੇਣਾ ਚਾਹੁੰਦਾ ਕਿ ਮੇਰਾ ਕੰਮ ਕੋਈ ਨਹੀਂ ਹੈਗਾ, ਪਰ ਕਮਲ ਜੀ ਗੱਲ ਇਹ ਹੈ ਕਿ 365 ਦਿਨਾਂ ਵਿੱਚ ਇੱਕ ਦਿਨ ਵੀ ਆਪਣੇ ਕੋਲ ਵੇਲ ਨਹੀਂ ਗਾ, ਕਿਉਂਕਿ ਮੇਰੇ ਸਮਾਜ ਦੇ ਦੁੱਖ ਔਰ ਦਰਦ ਇੰਨੇ ਕਿ ਤੁਸੀਂ ਮੈਨੂੰ ਪੁੱਛਿਆ ਕਿ ਤੁਸੀਂ ਦੂਸਰੀ ਗੀਤਾਂ ਵੱਲ ਕਿਉਂ ਨਹੀਂ ਜਾ ਰਹੇ, ਕਿਉਂਕਿ ਦੁੱਖ ਇੰਨਾ ਕੁ ਲੱਗਦਾ ਹੈ ਕਿ ਰੋਡਾਂ 'ਤੇ ਜਾ ਕੇ ਦੇਖੋ ਮੇਰਾ ਸਮਾਜ ਕਿੱਦਾਂ ਭੁੱਖਾ ਸੁੱਤਾ ਪਿਆ, ਹਸਪਤਾਲਾਂ 'ਚ ਜਾ ਕੇ ਦੇਖੋ ਮੇਰੇ ਸਮਾਜ ਨਾਲ ਕਿੰਨਾ ਧੱਕਾ ਹੋ ਰਿਹਾ, ਸਕੂਲਾਂ ਕਾਲਜਾਂ ਵਿੱਚ ਸਾਡੇ ਵਿਦਿਆਰਥੀ ਨੇ ਚਾਹੇ ਸਕਾਲਰਸ਼ਿਪ ਦਾ ਮਸਲਾ ਹੈ, ਚਾਹੇ ਫੀਸ ਦਾ ਮਸਲਾ ਹੈ, ਮਤਲਬ ਸਾਡੇ ਨਾਲ ਹਰ ਜਗ੍ਹਾ ਧੱਕਾ ਹੁੰਦਾ ਹੈ। ਅਸੀਂ ਆਪਣੇ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਹਮੇਸ਼ਾ ਹੀ ਲੋਕਾਂ ਦੇ ਵਿੱਚ ਉਹਨਾਂ ਦੁੱਖਾਂ ਦਰਦਾਂ ਦੇ ਦਰਦੀ ਜਾ ਕੇ ਬਣਦੇ ਹਾਂ ਅਤੇ ਮੈਂ ਹਰ ਰੋਜ਼ ਘਰੋਂ ਜਿੱਦਾਂ 9-10 ਵਜੇ ਨਿਕਲ ਜਾਂਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਮਸਲਾ ਸਾਡੇ ਕੋਲ ਆਇਆ ਰਹਿੰਦਾ ਹੈ ਅਤੇ ਅਸੀਂ ਜ਼ਿਆਦਾਤਰ ਮਤਲਬ ਸਮਾਜ ਸੇਵਾ ਵਿੱਚ ਹੀ ਜ਼ਿਆਦਾ ਪੈਰ ਰੱਖਿਆ होया तो वो करी जाने जी। नौजवानों की शहादत किसी कौम की तमीर होती है, वतन इश्क की मुंह बोलती तस्वीर होती है, वो क्या पाएगा सुख जो दुख सह नहीं सकता, जिसे मरना नहीं आता वो जिंदा रह नहीं सकता, वो जिंदा रह नहीं सकता। आओ आप बिक्की बहादुर जी की जवान तो सतगुरु रविदास महाराज के जीवन और मिशन से गाया हुआ रविदास एक संत सिपाही सी, मनुवादियां नूं आके जीने नत पाई सी। गुरु रविदास एक संत सिपाही सी, मनुवादियां नूं आके जीने नत पाई सी। सिद्धा जालिमां दे सीने विच ठा वज्जिया, जालिमां दे सीने विच ठा वज्जिया, हो कला शेर सी करोड़ां विच, शेर सी करोड़ां विच आ गज्जिया, हो कला शेर सी करोड़ां विच आ गज्जिया, शेर सी करोड़ां विच आ गज्जिया। शंख बजाया जदों कोठे उत्ते चढ़ के, महिला वालियां दे दिल सुन सुन धड़के। हो शंख बजाया जदों कोठे उत्ते चढ़ के, महिला वालियां दे दिल सुन सुन धड़के। बिच कुलियां बगावतां दा झंडा गड्डिया, कुलियां बगावतां दा झंडा गड्डिया, हो कला शेर सी करोड़ां विच, शेर सी करोड़ां विच आ गज्जिया, हो कला शेर सी करोड़ां विच आ गज्जिया, शेर सी करोड़ां विच आ गज्जिया। जुल्मां दी अत जदों कीती सी पखंडियां, मंगदा आजादी रिहा तोड़दा पाबंदियां। हो जुल्मां दी अत जदों कीती सी पखंडियां, मंगदा आजादी रिहा तोड़दा पाबंदियां। राह मुक्ति बेगम पूरा शहर कड्डिया, मुक्ति बेगम पूरा शहर कड्डिया, हो कला शेर सी करोड़ां विच, शेर सी करोड़ां विच आ गज्जिया, हो कला शेर सी करोड़ां विच आ गज्जिया, शेर सी करोड़ां विच आ गज्जिया। बंद करो धक्केशाही मनु दियो चेलियो, बोकड़ा वधाइयां झूठा हक खा के भेलियो। हो बंद करो धक्केशाही मनु दियो चेलियो, बोकड़ा वधाइयां झूठा हक खा के भेलियो। बाकी पर मच दुनिया नूं तुस ठगिया, पर मच दुनिया नूं तुस ठगिया, हो कला शेर सी करोड़ां विच, शेर सी करोड़ां विच आ गज्जिया, हो कला शेर सी करोड़ां विच आ गज्जिया, शेर सी करोड़ां विच आ गज्जिया।
ਵੇ ਬਾਲਾ ਰੰਤੂ ਸੱਚ ਗੱਲ ਹੈ ਆਉਣ ਵਾਲਾ ਸਮਾਂ ਮੇਰੀ ਕੌਮ ਦਾ ਅਟਲ ਹੈ ਹੋ ਆਖਦਾ ਰੰਦਾ ਵੇ ਬਾਲਾ ਰੰਤੂ ਸੱਚ ਗੱਲ ਹੈ ਆਉਣ ਵਾਲਾ ਸਮਾਂ ਮੇਰੀ ਕੌਮ ਦਾ ਅਟਲ ਹੈ ਟੱਕਾ ਖਿੱਚ ਕੇ ਨਗਰ ਉੱਤੇ ਲਾ ਛੱਡਿਆ ਖਿੱਚ ਕੇ ਨਗਰ ਉੱਤੇ ਲਾ ਛੱਡਿਆ ਹੋ ਕੱਲਾ ਸ਼ੇਰ ਸੀ ਕਰੋੜਾਂ ਵਿੱਚ ਸ਼ੇਰ ਸੀ ਕਰੋੜਾਂ ਵਿੱਚ ਆ ਗੱਜਿਆ ਹੋ ਕੱਲਾ ਸ਼ੇਰ ਸੀ ਕਰੋੜਾਂ ਵਿੱਚ ਆ ਗੱਜਿਆ ਸ਼ੇਰ ਸੀ ਕਰੋੜਾਂ ਵਿੱਚ ਆ ਗੱਜਿਆ। ਇਹ ਜਿਹੜਾ Song ਤੁਸੀਂ ਸੁਣ ਕੇ ਹਟੇ ਹੋ ਵਿੱਕੀ ਬਹਾਦਰ ਜੀ ਦੀ ਆਵਾਜ਼ ਤੋਂ, ਬਹੁਤ ਵਧੀਆ Song ਹੈ ਜੀ। ਔਰ ਵਿੱਕੀ ਜੀ, ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ, ਕਿਉਂਕਿ ਮਾਮਾ ਤੋਂ ਪੁੱਤਰ ਵਿਛੜਦੇ ਜਾ ਰਹੇ ਨੇ ਔਰ ਭੈਣਾਂ ਤੋਂ ਵੀਰ ਵਿਛੜਦੇ ਜਾ ਰਹੇ ਨੇ, ਔਰ ਇਹ ਜੋ ਕਿ ਜ਼ਹਿਰ ਘੁਲ ਰਿਹਾ ਸਾਡੇ ਪੰਜਾਬ ਦੇ ਵਿੱਚ, ਜਿਹੜਾ ਕਿ 6ਵਾਂ ਦਰਿਆ ਵਗ ਰਿਹਾ, ਤੁਸੀਂ ਕ੍ਰਾਂਤੀ ਟੀਵੀ ਦੇ ਜ਼ਰੀਏ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕਮਲ ਜੀ, ਜੇ ਇੱਕ ਰਾਤ ਦੇ ਵਿੱਚ ਨੋਟਬੰਦੀ ਹੋ ਸਕਦੀ ਹੈ, ਨੋਟ ਬਦਲ ਸਕਦੀ ਹੈ, ਤਾਂ ਇੱਕ ਰਾਤ ਦੇ ਵਿੱਚ ਨਸ਼ਾ ਵੀ ਬੰਦ ਹੋ ਸਕਦਾ ਜੇ ਸਰਕਾਰਾਂ ਚਾਹਣ। ਪਰ ਜ਼ਾਲਮ ਸਰਕਾਰਾਂ ਆਪਣੇ ਘਰ ਭਰਨ ਤੱਕ ਲੱਗੇ ਹੋਈਆਂ। ਇਸੇ ਲਈ ਸਾਡੇ ਪੰਜਾਬ ਦਾ ਇੱਕ ਬਹੁਤ ਵੱਡਾ ਦੁਖਾਂਤ ਹੈ, ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਸਾਡੇ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਨੂੰ ਜਾ ਰਹੀ ਹੈ, ਕਿਉਂਕਿ ਇਹ ਐਜੂਕੇਸ਼ਨ 'ਤੇ ਪਾਬੰਦੀਆਂ ਲਾਈ ਜਾਂਦੀ ਆ ਅਤੇ ਨਸ਼ੇ 'ਤੇ ਕੋਈ ਪਾਬੰਦੀ ਨਹੀਂ ਲਾ ਰਹੀ। ਇਹ ਬਹੁਤ ਵੱਡਾ ਦੁਖਾਂਤ ਹੈ ਸਾਡੇ ਨੌਜਵਾਨਾਂ ਲਈ, ਕਿਉਂਕਿ ਮਾਮਾ ਦੇ ਪੁੱਤ ਵਿਛੜਦੇ, ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਕਿ ਜਿਨ੍ਹਾਂ ਦੇ ਪੁੱਤ ਨਸ਼ੇ ਕਰਕੇ ਗਏ ਆ। ਤਾਂ ਮੈਂ ਇਸ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਸਾਡੇ ਕੋਲ ਇਹੀ ਜ਼ਿੰਦਗੀ ਹੁੰਦੀ ਹੈ, ਇੱਕ ਬਹੁਤ ਵਧੀਆ ਮੌਕਾ ਹੁੰਦਾ ਹੈ ਕਿ ਅਸੀਂ ਆਪਣੇ ਸਮਾਜ ਲਈ ਕੁਝ ਕਰਕੇ ਜਾਈਏ, ਅਤੇ ਇੱਕੋ ਹੀ ਹੱਲ ਹੈ ਕਿ ਅਸੀਂ ਐਜੂਕੇਸ਼ਨ ਵੱਲ ਧਿਆਨ ਦੇਈਏ, ਪੜ੍ਹ ਲਿਖ ਕੇ ਜਾਈਏ, ਅਤੇ ਜੇ ਪੜ੍ਹਾਂਗੇ ਤਾਂ ਸਾਡੇ ਇਹਨਾਂ ਕੰਮਾਂ ਵੱਲ ਧਿਆਨ ਨਹੀਂ ਜਾਊਗਾ। ਤੁਹਾਨੂੰ ਕੀ ਲੱਗਦਾ ਕਿਹੜੀ ਸਰਕਾਰ ਨਸ਼ਾ ਬੰਦ ਕਰ ਸਕਦੀ ਹੈ ਜੀ? ਕਮਲ ਜੀ, ਬਾਬਾ ਸਾਹਿਬ ਅੰਬੇਦਕਰ ਦੀ ਆਈਡੀਓਲੋਜੀ 'ਤੇ ਔਰ ਮਾਨਯਵਰ ਸਾਹਿਬ ਕਾਂਚੀ ਰਾਮ ਦੀ ਆਈਡੀਓਲੋਜੀ 'ਤੇ ਚੱਲੀ ਹੋਈ ਸਰਕਾਰ ਇੱਕੋ ਸਰਕਾਰ ਹੈ ਕਿ ਬਹੁਜਨ ਸਮਾਜ ਪਾਰਟੀ ਜੀ, ਜੋ ਇਸ ਦੇਸ਼ ਦੀ ਦੁਰਦਸ਼ਾ ਨੂੰ ਦਿਸ਼ਾ ਨੂੰ ਸਹੀ ਕਰ ਸਕਦੀ ਹੈ, ਉਹ ਬਹੁਜਨ ਸਮਾਜ ਪਾਰਟੀ ਨਹੀਂ, ਬਹੁਜਨ ਸਮਾਜ ਪਾਰਟੀ ਦਾ ਹਾਲੇ ਰਾਜ ਤਾਂ ਨਹੀਂ ਹੈ ਨਾ ਸਾਡੇ ਦੇਸ਼ ਦੇ ਅੰਦਰ, ਔਰ ਰਾਜ ਤਾਂ ਨਹੀਂ ਆਇਆ, ਪਰ ਜੋ ਉਹਦੀ ਨੀਤੀਆਂ ਅਸੀਂ ਪੜ੍ਹੀਆਂ, ਅਸੀਂ ਦੇਖਦੇ ਹਾਂ, ਅਸੀਂ ਕੰਮ ਕਰਦੇ ਹਾਂ, ਇਸ ਤੋਂ ਵਧੀਆ ਨੀਤੀਆਂ ਹੋਰ ਕੋਈ ਪਾਰਟੀ ਨਹੀਂ ਕਰਦੀ। ਕਿਉਂਕਿ ਜਿੱਥੇ ਨਸ਼ੇ ਦੀ ਹੱਕ ਹਕੂਕ ਦੀ ਸਾਡੇ ਸਮਾਜ ਦੀ ਗੱਲ ਹੁੰਦੀ ਹੈ, ਉੱਥੇ ਬਹੁਜਨ ਸਮਾਜ ਪਾਰਟੀ ਹੀ ਖੜ੍ਹਦੀ ਹੈ। ਔਰ 2019 ਵਿੱਚ ਅਸੀਂ ਪੂਰਾ ਜ਼ੋਰ ਲਾਇਆ ਹੋਇਆ ਕਿ ਅਸੀਂ ਇਸ ਦੇਸ਼ ਦੀ ਭੈਣ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਇਸ ਦੇਸ਼ ਦੀ ਦਿਸ਼ਾ ਅਤੇ ਦੋਸ਼ਾਂ ਨੂੰ ਸਹੀ ਕਰਾਂਗੇ। ਕੀ ਤੁਹਾਨੂੰ ਲੱਗਦਾ ਕਿ ਬਹੁਜਨ ਸਮਾਜ ਪਾਰਟੀ ਉਹ ਰਾਜ ਲੈ ਕੇ ਆ ਸਕਦੀ ਹੈ ਕਿ ਜਿਹੜਾ ਗੁਰੂ ਰਵਿਦਾਸ ਮਹਾਰਾਜ ਨੇ ਕਿਹਾ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨਛੋਟ ਬੜੇ ਸਭ ਸੰਭ ਵਸੇ ਰਵਿਦਾਸ ਰਹੇ ਪ੍ਰਸੰਨ। ਫਿਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਉसी परंपरा ਨੂੰ ਅੱਗੇ ਤੋਰਦੇ ਹੋਏ ਬਾਬਾ ਸਾਹਿਬ ਨੇ ਰਾਜ ਦੀ ਸੰਕਲਪਨਾ ਕੀਤੀ ਕਿ ਰਾਜ ਆਵੇ, ਔਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਵੀ ਰਾਜ ਭਾਗ ਦੀ ਗੱਲ ਕੀਤੀ ਹੈ ਕਿ ਅੱਜ ਬਹੁਜਨ ਸਮਾਜ ਪਾਰਟੀ ਦੇ ਨਾਲ ਸੈਂਕੜੇ ਸਾਥੀ ਜੁੜ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਤੁਸੀਂ 2019 ਦੇ ਵਿੱਚ ਕਿ ਜੋ ਗੁਰੂ ਰਵਿਦਾਸ ਮਹਾਰਾਜ ਦਾ ਮਿਸ਼ਨ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦਾ ਮਿਸ਼ਨ ਔਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਜਿਹੜੀ ਸਰਕਾਰ ਚਾਹੁੰਦੇ ਸੀ ਕਿ ਉਹ 2019 ਦੇ ਵਿੱਚ ਤੁਸੀਂ ਲੈ ਕੇ ਆਓਗੇ? ਜ਼ਰੂਰ, ਬਿਲਕੁਲ ਜੀ, ਕਿਉਂਕਿ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਅਸੀਂ ਜਿੱਤੀਏ ਭਾਵੇਂ ਹਾਰੀਏ ਮਿਸ਼ਨ ਆਪਣਾ ਛੱਡਣਾ ਨਹੀਂ, ਬਾਬਾ ਸਾਹਿਬ ਤੇ ਕਾਂਚੀ ਰਾਮ ਨੂੰ ਦਿਲ ਵਿੱਚੋਂ ਅਸੀਂ ਕੱਢਣਾ ਨਹੀਂ, ਬਾਬਾ ਸਾਹਿਬ ਤੇ ਕਾਂਚੀ ਰਾਮ ਨੂੰ ਦਿਲ ਵਿੱਚੋਂ ਅਸੀਂ ਕੱਢਣਾ ਨਹੀਂ, ਸਿਰ ਉੱਤੇ ਭਾਵੇਂ ਸਾਡੇ ਤਲਵਾਰ ਹੋਵੇ ਅਸੀਂ ਹਾਥੀ ਤੇ ਮੋਹਰ ਲਾਵਾਂਗੇ, ਰਵੀ ਫਲੋਰੀਆ ਇਸ ਮਿਸ਼ਨ ਲਈ ਮਰਨਾ ਪਿਆ ਤਾਂ ਅਸੀਂ ਲੱਖ ਵਾਰ ਮਰ ਜਾਵਾਂਗੇ। ਅਸੀਂ ਉਹ ਸੋਚ ਲੈ ਕੇ ਚੱਲੇ ਹੋਏ ਹਾਂ, ਇੱਕ ਆਸ ਦੀ ਕਿਰਨ 'ਤੇ ਚੱਲੇ ਹੋਏ ਹਾਂ, ਔਰ ਇਸ ਵਾਰੀ ਜੋ ਮਹਾਗਠਬੰਧਨ ਭਾਰਤ ਦੇਸ਼ ਅੰਦਰ ਹੋ ਰਿਹਾ ਹੈ ਔਰ ਅਮਰੀਕਾ ਵਰਗੇ ਰਾਸ਼ਟਰਪਤੀ ਟਰੰਪ ਵਰਗਿਆਂ ਦਾ ਬਿਆਨ ਆ ਰਿਹਾ ਕਿ ਅਸੀਂ ਭੈਣ ਕੁਮਾਰੀ ਮਾਇਆਵਤੀ ਦੇ ਹੱਕ ਵਿੱਚ ਇਸ ਦੇਸ਼ ਅੰਦਰ ਪ੍ਰਧਾਨ ਮੰਤਰੀ ਬਣਾਉਣ ਲਈ ਜ਼ਰੂਰ ਆਵਾਂਗੇ। ਤੋ ਉਮੀਦ ਦੀ ਕਿਰਨ ਜਾਰੀ ਹੈ ਔਰ ਜੰਗ ਜਾਰੀ ਹੈ, ਔਰ ਆਸ ਹੈ ਕਿ 2019 ਦੇ ਵਿੱਚ ਅਸੀਂ ਇਸ ਦੇਸ਼ ਦੀ ਬਹੁਜਨ ਸਮਾਜ ਪਾਰਟੀ ਦੇ ਰਾਜ ਲੈ ਕੇ ਆਵਾਂਗੇ। ਵਿੱਕੀ ਜੀ, ਤੁਸੀਂ ਇਹ ਮਿਸ਼ਨ ਦੀ ਗੱਲ ਕੀਤੀ ਹੈ ਕਿ ਅਸੀਂ ਮਿਸ਼ਨ ਦੇ ਲਈ ਮਰ ਮਿਟ ਜਾਵਾਂਗੇ। ਬਿਲਕੁਲ ਜੀ, ਹੈ ਨਾ। ਔਰ ਕਿਉਂਕਿ ਕਈ ਲੋਕ ਤਾਂ ਇਹ ਗੱਲ ਵੀ ਕਹਿ ਰਹੇ ਨੇ ਕਿ ਜਿਹੜਾ ਮਿਸ਼ਨ ਆ, ਮਿਸ਼ਨ ਦੇ ਵਿੱਚ ਤਾਂ ਗਰੀਬੀ ਬਹੁਤ ਜ਼ਿਆਦਾ ਆ, ਮਿਸ਼ਨ 'ਚ ਤਾਂ ਗਰੀਬੀ, ਮਿਸ਼ਨ 'ਚ ਨਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਸੱਚੀ ਮਿਸ਼ਨ ਦੇ ਵਿੱਚ ਗਰੀਬੀ ਹੈ? ਨਹੀਂ, ਮਿਸ਼ਨ ਦੇ ਵਿੱਚ ਕੁਝ ਕਪਾਲੀ ਧੱਕੇ ਜ਼ਰੂਰ ਹੈ। ਧੱਕੇ ਮਤਲਬ ਕਿ ਇੱਕ ਸੰਘਰਸ਼ ਹੈ ਕਿ ਸਮਾਜ ਪਹਿਲਾਂ ਪਰਖਦਾ ਹੈ ਮਿਸ਼ਨ ਨੂੰ, ਕਿਉਂਕਿ ਮਿਸ਼ਨ ਦੇ ਵਿੱਚ ਔਰ ਚਾਹੀਦਾ ਵੀ ਆ, ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਜਿਹੜਾ ਉੱਠਦਾ ਉਹ ਕਹਿੰਦਾ ਮੈਂ ਮਿਸ਼ਨਰੀ ਹਾਂ। ਪਹਿਲਾਂ ਮਿਸ਼ਨ ਦੇ ਵਿੱਚ ਤੁਹਾਨੂੰ ਪਰਖਣਾ ਬਹੁਤ ਜ਼ਰੂਰੀ ਹੈ, ਇੱਕ ਤਿਆਗ ਹੈ। ਮਿਸ਼ਨ ਬਹੁਤ ਵੱਡੀ ਚੀਜ਼ ਹੈ। ਔਰ ਗਰੀਬੀ ਤਾਂ ਖੈਰ ਨਹੀਂ ਹੈਗੀ, ਸਾਰਾ ਕੁਛ ਸਾਰੇ ਕਿਉਂਕਿ ਸਾਡੇ ਸਮਾਜ 'ਚ ਜਿਹੜੇ ਬਾਹਰਲੇ NRI ਲੋਕ ਹੈ, ਇੱਥੋਂ ਦੇ ਸਾਡੇ ਸੈਟਲ ਲੋਕ ਹੈ, ਉਹ ਦੇਖਦੇ ਮਿਸ਼ਨ ਸਾਡਾ ਸੋਹਣਾ ਘਰ ਚੱਲਦਾ, ਸਾਰਾ ਕੁਛ ਠੀਕ ਹੈ, ਵਧੀਆ ਹੈ। ਨਹੀਂ, ਕਈ ਲੋਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦਾ ਦਿੱਤਾ ਖਾਂਦੇ ਔਰ ਬਾਬਾ ਸਾਹਿਬ ਦੀ ਬਦੌਲਤ, ਗੁਰੂ ਰਵਿਦਾਸ ਮਹਾਰਾਜ ਦੀ ਬਦੌਲਤ ਵੱਡੀਆਂ ਵੱਡੀਆਂ ਪੋਸਟਾਂ 'ਤੇ ਤਾਂ ਜ਼ਰੂਰ ਬੈਠੇ ਹੈ, ਪਰ ਜਿਹੜਾ ਸਾਡਾ ਮਿਸ਼ਨ ਹੈ, ਜਿਹੜਾ ਸਾਡਾ ਪਿਛੋਕੜ ਹੈ, ਉਹਨੂੰ ਭੁੱਲਦੇ ਜਾ ਰਹੇ ਹੈ। ਔਰ ਸਮਾਜ
ਇਹਨਾਂ ਕਲਾਕਾਰਾਂ ਦੀ ਔਰ ਹਮੇਸ਼ਾ ਬੁੱਧੀਜੀਵੀਆਂ ਦੀ ਗੱਲ ਤੇ ਜ਼ਿਆਦਾ ਗੌਰ ਕਰਦਾ ਹੈ ਕਿ ਤੁਸੀਂ ਹਮੇਸ਼ਾ ਸਮਾਜ ਨੂੰ ਇਹ ਸੰਦੇਸ਼ ਮੰਚ ਉੱਪਰੋਂ ਦਿੰਦੇ ਹੋ। ਬਿਲਕੁਲ ਜੀ, ਅਸੀਂ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ, ਕਿਉਂਕਿ ਜਿਨ੍ਹਾਂ ਲੋਕਾਂ 'ਚ ਬਾਬਾ ਸਾਹਿਬ ਅੰਬੇਦਕਰ ਦੀ ਬਦੌਲਤ ਨੌਕਰੀਆਂ ਮਿਲੀਆਂ ਹੋਈਆਂ, ਜਿਨ੍ਹਾਂ ਦੇ ਕਾਰੋਬਾਰ ਸੈੱਟ ਹੈ, ਔਰ ਦੁੱਖ ਲੱਗਦਾ ਕਿ ਜਦੋਂ ਉਹ ਲੋਕ ਆਪਣੇ ਘਰਾਂ ਤੱਕ ਸੀਮਤ ਰਹਿ ਜਾਂਦੇ, ਫਿਰ ਅਸੀਂ 2 ਤੋਂ 4 ਗੁਣਾ ਹੋ ਜਾਂਦੇ ਕਿ ਜੇ ਇਹ ਲੋਕ ਬੇਸ਼ਰਮ ਹੈ ਤਾਂ ਅਸੀਂ ਇਹਨਾਂ ਨੂੰ ਵੀ ਚੇਤਾਵਨੀ ਦਿੰਦੇ ਹਾਂ ਕਿ ਅਸੀਂ ਆਖਰੀ ਸਾਹ ਤੱਕ ਆਪਣੇ ਰਹਿਬਰਾਂ ਦਾ ਸੰਦੇਸ਼ ਘਰ ਘਰ ਲੈ ਕੇ ਜਾਵਾਂਗੇ ਜੀ। ਨਹੀਂ, ਬਹੁਜਨ ਸਮਾਜ ਪਾਰਟੀ ਤਾਂ ਹਮੇਸ਼ਾ ਹਰ ਵਾਰੀ ਇੱਦਾਂ ਹੁੰਦਾ ਹੈ ਨਾ ਕਿ ਸਾਡੀਆਂ ਰੈਲੀਆਂ ਦੇ ਵਿੱਚ ਬਹੁਤ ਭਾਰੀ ਇਕੱਠ ਹੁੰਦਾ, ਸਾਡੀਆਂ ਮੀਟਿੰਗਾਂ ਦੇ ਵਿੱਚ ਬਹੁਤ ਭਾਰੀ ਇਕੱਠ ਹੁੰਦਾ, ਔਰ ਜਦੋਂ ਸਾਡਾ ਰਿਜ਼ਲਟ ਆਉਂਦਾ ਕਈ ਵਾਰੀ ਉਹ 0, ਸਾਡੀ ਸੀਟ ਪੰਜਾਬ ਦੇ ਵਿੱਚ 0 ਹੁੰਦੀ ਹੈ, ਕਿੱਦਾਂ ਹੁੰਦੀ ਕਿ ਐਕਟੀ 2019 ਦੇ ਵਿੱਚ ਜਿਹੜਾ ਤੁਸੀਂ ਮਿਸ਼ਨ ਲੈ ਕੇ ਚੱਲੇ ਹੋ, ਔਰ ਤੁਸੀਂ ਵੀ ਬਹੁਜਨ ਸਮਾਜ ਪਾਰਟੀ ਲੁਧਿਆਣੇ ਦੀ ਅਗਵਾਈ ਵੀ ਤੁਸੀਂ ਨਾਲ ਦੀ ਨਾਲ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਤੁਸੀਂ 2019 ਵਾਲਾ ਮਿਸ਼ਨ ਹੈ ਜਿਹੜਾ ਇਹਨੂੰ ਐਕਟੀ ਕਾਮਯਾਬ ਕਰੋਗੇ? ਮੈਂ ਸੰਦੇਸ਼ ਦੇਣਾ ਚਾਹਾਂਗਾ ਇਸ ਪ੍ਰੋਗਰਾਮ ਜ਼ਰੀਏ ਕਿ ਜਿਹੜੇ ਲੋਕ ਕਹਿੰਦੇ ਆ ਕਿ ਸਾਰੇ ਕਰ ਲਓ ਇੱਕ ਬੇਗਮਪੁਰਾ ਵਸਾਉਣਾ ਸੀ, ਬੇਗਮਪੁਰਾ ਵਸਾ ਕੇ ਛੱਡਾਂਗੇ, ਤੇ ਬਾਬਾ ਸਾਹਿਬ ਦੀ ਗੱਲ ਕਰਦੇ ਆ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਰਵਿਦਾਸ ਸਮਾਰਕ ਦਾ ਬੇਗਮਪੁਰਾ ਤੇ ਬਾਬਾ ਸਾਹਿਬ ਦੇ ਸੱਚੇ ਪੈਰੋਕਾਰ ਜੇ ਕਹਾਉਣਾ ਹੈ ਤਾਂ ਆਪਣੇ ਸਵਾਰਥਾਂ ਤੋਂ ਉੱਠ ਕੇ, ਇੱਕ ਨੋਟ ਇੱਕ ਬੋਤਲ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਤੋੜਨ ਲਈ, ਆਪਣੇ ਸਮਾਜ ਨੂੰ ਆਜ਼ਾਦੀ ਦੇ ਰਾਹ ਤੇ ਦਿਖਾਉਣ ਲਈ 2019 ਦੇ ਵਿੱਚ ਆਪਣੇ ਇੱਕ ਦਿਨ ਇੱਕ ਰਾਤ ਨੂੰ ਆਪਣੇ ਸਵਾਰਥਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਬਣਾਉਣ ਲਈ ਤੁਸੀਂ ਆਪਣੇ ਬਹੁਜਨ ਸਮਾਜ ਪਾਰਟੀ ਦੇ ਰਾਜ ਲਿਆਉਣ ਲਈ ਵੋਟ ਕੀਮਤੀ ਜ਼ਰੂਰ ਪਾਓ ਜੀ। ਜੀ, ਇਹ ਤੁਹਾਡਾ ਵਿੱਕੀ ਬਹਾਦਰ ਕੇ ਜੀ ਇੱਕ ਬਹੁਤ ਅੱਛਾ ਸੌਂਗ ਸੀ, ਜਿਹੜਾ ਸੌਂਗ ਸੀ ਕਿ ਮੁਹਾਰ ਤਲਾਬ ਤੇ ਜੋ ਸੌਂਗ ਸੀਗਾ, ਔਰ ਰਤੂ ਰੰਧਾਵਾ ਜੀ ਦੀ ਸ਼ਾਇਦ ਉਹ ਕਲਮ ਤੋਂ ਲਿਖਿਆ ਹੋਇਆ ਸੌਂਗ ਸੀ, ਇਹ ਕ੍ਰਾਂਤੀ ਟੀਵੀ ਦੇ ਜਰੀਏ ਆਪਣੇ ਚਾਹਣ ਵਾਲਿਆਂ ਨੂੰ 4 ਲਾਈਨਾਂ ਉਸ ਸੌਂਗ ਦੀਆਂ ਸੁਣਾਓ। ਰਤੂ ਸਾਹਿਬ ਜਨਾਬ ਮੋਹਨ ਬੰਗੜ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਕਲਾਕਾਰ ਰਹੇ, ਰਤੂ ਸਾਹਿਬ ਦੀ ਕਲਮ ਨੇ ਉਹਨਾਂ ਨੂੰ ਰੋਟੀ ਖਾਣ ਜੋਗੇ ਕੀਤਾ ਹੈ, ਤੇ ਉਹਨਾਂ ਦੀ ਸੱਚ ਕਲਮ ਲਿਖਦੀ ਹੈ। ਮੈਂ ਉਹਨਾਂ ਨੂੰ ਇੱਕ ਰਾਤ ਬੇਨਤੀ ਕੀਤੀ ਸੀ ਕਿ ਮੈਨੂੰ ਉਸ ਟਿਊਨਿੰਗ ਤੇ ਕੁਝ ਗੀਤ ਲਿਖ ਕੇ ਦਿੱਤਾ ਜਾਵੇ। ਬਾਬਾ ਸਾਹਿਬ ਅੰਬੇਦਕਰ ਸਤਿਗੁਰੂ ਰਵਿਦਾਸ ਮਹਾਰਾਜ ਮੈਂ ਤੁਹਾਡੀ ਨਜ਼ਰਅੰਦਾਜ਼ ਕਰਾਂ। ਹੋ ਉੱਠੋ ਜਾਗੋ ਸੁੱਤਿਓ ਕੌਮ ਦੇ ਲੋਕੋ ਹੋਸ਼ ਕਰੋ, ਹੋ ਗੁਰੂ ਰਵਿਦਾਸ ਦਾ ਸਭ ਨੂੰ ਕਹਿਣਾ, ਉਹ ਦੋਵੇਂ ਰਹਿਬਰ ਸਾਨੂੰ ਇੱਕੋ ਸਿੱਖਿਆ ਦਿੰਦੇ ਨੇ, ਤੁਸੀਂ ਸੁਣ ਲਓ। ਦੋਵੇਂ ਰਹਿਬਰ ਸਾਨੂੰ ਇੱਕੋ ਸਿੱਖਿਆ ਦਿੰਦੇ ਨੇ, ਤੁਸੀਂ ਸੁਣ ਲਓ। ਗੁਰੂ ਰਵਿਦਾਸ ਹੈ ਸੋਨਾ, ਭੀਮ ਸੋਨੇ ਦਾ ਗਹਿਣਾ, ਹੋ ਵਿੱਕੀ ਬਹਾਦਰ ਕੇ ਜੀ ਤੁਸੀਂ ਰਾਜ ਭਾਗ ਦੀ ਵੀ ਗੱਲ ਬਹੁਤ ਵਧੀਆ ਤਰੀਕੇ ਦੇ ਨਾਲ ਸੁਣਾਈ ਹੈ, ਔਰ ਤੁਸੀਂ ਆਪਣੀ ਜੀਵਨ ਬਾਰੇ ਵੀ ਦੱਸਿਆ, ਔਰ ਗੁਰੂਆਂ ਰਹਿਬਰਾਂ ਦੇ ਜੀਵਨ ਅਤੇ ਮਿਸ਼ਨ ਬਾਰੇ ਵੀ ਦੱਸਿਆ, ਔਰ ਤੁਹਾਡੀ ਬਹੁਤ ਮਿੱਠੀ ਆਵਾਜ਼ ਹੈ। ਔਰ ਮੈਂ ਇਹ ਗੱਲ ਚਾਹੁੰਦਾ ਕਿ ਤੁਸੀਂ ਬੱਚੇ ਆ ਜਿਹੜੇ ਅੱਜ ਸਾਡੇ ਸਮਾਜ ਦੇ, ਕਿਉਂਕਿ ਜੋ ਸਾਡੇ ਰਹਿਬਰ ਪੜ੍ਹਾਈ ਦੀ ਵਿਦਿਆ ਦੀ ਗੱਲ ਕਰਕੇ ਗਏ ਕਿ ਸਾਡਾ ਸਮਾਜ ਪੜ੍ਹੇਗਾ ਲਿਖੇਗਾ ਕਿਸੇ ਉੱਚੇ ਮੁਕਾਮ ਤੇ ਜਾਵੇਗਾ, ਔਰ ਅਸੀਂ ਵੀ ਇਹ ਗੱਲ ਚਾਹੁੰਦੇ ਹਾਂ ਕਿ ਜਿਹੜਾ ਇਸ ਲੁਧਿਆਣੇ ਦੀ ਧਰਤੀ ਨੂੰ ਵੀ ਅਸੀਂ ਸਲੂਟ ਕਰਦੇ ਹਾਂ ਕਿ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ 28 ਅਕਤੂਬਰ 1951 ਈਸਵੀ ਨੂੰ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਇਸ ਧਰਤੀ ਤੇ ਆਏ, ਤਾਂ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਇੱਕ ਰੰਬੇ ਔਰ ਇੱਕ ਟੱਲੇ ਦੀ ਗੱਲ ਬਾਬਾ ਬ੍ਰਹਮਦਾਸ ਜੀ ਮਹਾਰਾਜ ਤੋਂ ਸੁਣ ਕੇ ਅੱਜ ਸਾਡੇ ਸਮਾਜ ਦੀਆਂ ਧੀਆਂ ਔਰ ਭੈਣਾਂ ਦੇ ਹੱਥਾਂ ਦੇ ਵਿੱਚੋਂ ਉਹ ਰੰਬਾ ਟੱਲਾ ਛਡਾਇਆ ਔਰ ਪੈਨ ਫੜਾਇਆ, ਔਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਔਰ ਅੱਜ ਦੇ ਛੋਟੇ ਬੱਚੇ ਹੈ, ਕਿਉਂਕਿ ਇੱਦਾਂ ਹੁੰਦੀ ਨਾ ਕਿ ਅਸੀਂ ਲੋਕ ਸਕੂਲ ਤਾਂ ਜਿੰਨੇ ਮਰਜ਼ੀ ਬਣਾ ਲਈਏ, ਬਿਲਕੁਲ ਸਕੂਲ ਭਾਵੇਂ ਸੋਨੇ ਦੇ ਬਣਾ ਲਈਏ, ਜੇ ਸਾਡਾ ਸਮਾਜ ਵਿੱਚ ਪੜ੍ਹਨੇ ਵਾਲਾ ਨਹੀਂ ਹੋਵੇਗਾ ਤੇ ਅਸੀਂ ਸਕੂਲਾਂ ਨੂੰ ਵੀ ਸਾਨੂੰ ਕੋਈ ਲੋੜ ਨਹੀਂ ਹੈ। ਔਰ ਤੁਸੀਂ ਅੱਜ ਦੇ ਇਸ ਨੌਜਵਾਨ ਪੀੜ੍ਹੀ ਨੂੰ ਔਰ ਛੋਟੇ ਬੱਚਿਆਂ ਨੂੰ ਵਿੱਦਿਆ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਅਕਸਰ ਆਪਣੇ ਘਰ ਤੋਂ ਗੱਲ ਸ਼ੁਰੂ ਕਰ ਦਿੰਦਾ ਕਿ ਜਦੋਂ ਮੇਰੀ ਮੰਮਾ ਮੈਨੂੰ ਪੁੱਛਦੇ ਆ ਕਿ ਤੁਸੀਂ ਹਰ ਰੋਜ਼ ਕਿਸ ਚੱਕਰ 'ਚ ਪਏ ਹੋਏ ਆ, ਸਵੇਰੇ ਜਾਂਦੇ ਆ ਸ਼ਾਮੀ ਆਉਂਦੇ ਆ, ਤਾਂ ਮੈਂ ਉਦੋਂ ਆਪਣੀ ਮਾਂ ਨੂੰ ਗੱਲ ਕਹਿੰਦਾ ਨਾ ਕਿ ਜਿਹੜੇ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਤੁਸੀਂ ਅੱਜ ਤੱਕ ਰੰਬਾ ਟੇਲਾ ਚੱਕ ਕੇ ਤੁਰੇ ਰਹੇ, ਮੈਂ ਆਉਣ ਵਾਲੇ ਬੱਚਿਆਂ ਨੂੰ ਉਹ ਰੰਬਾ ਟੇਲਾ ਆਪਣੀਆਂ ਭੈਣਾਂ ਦੇ ਕੋਲੋਂ ਜਾਂ ਆਪਣੇ ਉਹ ਬੱਚਿਆਂ ਦੇ ਕੋਲੋਂ ਕਿ ਉਹ ਕਿਸੇ ਰਜਵਾੜੇ ਦੇ ਘਰ ਸਿਰੀ ਬਣ ਕੇ ਕੰਮ ਨਾ ਕਰਨ, ਅਸੀਂ ਉਹ ਇੱਕ ਸਿਸਟਮ ਨੂੰ ਬਦਲਣ ਲੈ ਕੇ ਤੁਰੇ ਹੋਏ ਹਾਂ। ਕਿਉਂਕਿ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਸੀ ਵੀ ਉਹ ਸੰਵਿਧਾਨ ਉਨਾ ਚਿਰ ਤੁਹਾਡੇ ਲਈ ਖਤਰਨਾਕ ਆ ਜਿੰਨਾ ਚਿਰ ਉਹਨੂੰ ਚਲਾਉਣ ਵਾਲੇ ਵਧੀਆ ਨਹੀਂ ਹੈਗੇ, ਜੇ ਚਲਾਉਣ ਵਾਲੇ ਵਧੀਆ ਤਾਂ ਸੰਵਿਧਾਨ ਆਪੇ ਵਧੀਆ ਆ। ਇਸ ਕਰਕੇ ਬੇਸ਼ੱਕ ਅਸੀਂ ਬਹੁਤ ਘੱਟ ਲੋਕਾਂ ਮਿਸ਼ਨ ਲੈ ਕੇ ਉਤਰੇ ਹੋਏ ਹਾਂ, ਪਰ ਸਾਡਾ ਰਸਤਾ ਜਿਹੜਾ ਉਹ ਸਾਫ਼ ਔਰ ਸੁਥਰਾ ਹੈ, ਔਰ ਇਹਨੂੰ ਮੰਜ਼ਿਲੇ ਮਕਸੂਦ ਪਹੁੰਚਾਉਣ ਲਈ ਅਸੀਂ ਆਖਿਰ ਸਾਥ ਤੱਕ ਕੰਮ ਕਰਾਂਗੇ ਜੀ। ਤੁਸੀਂ ਇਸ ਮਿਸ਼ਨ ਦੇ ਵਿੱਚ ਆਏ ਔਰ ਤੁਹਾਨੂੰ ਇਸ ਮਿਸ਼ਨ ਦੇ ਵਿੱਚ ਆਉਣ ਲਈ ਪ੍ਰੇਰਿਤ ਕਿਹਨੇ ਕੀਤਾ? ਮੇਰੇ ਫਾਦਰ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਦੀ 40 ਸ਼ਬਦਾਂ ਦੀ ਜਿਹੜੀ ਬੁੱਕ ਸੀ ਉਹ ਪੜ੍ਹਦੇ ਹੁੰਦੇ ਸੀ ਹਮੇਸ਼ਾ ਹੀ, ਔਰ ਉਹ ਜਦੋਂ ਆਪ ਪੜ੍ਹ ਕੇ ਉਹਨਾਂ ਨੇ ਮੁੜ ਕੇ ਮੈਨੂੰ ਫੜਾ ਦੇਣੀ ਕਿ ਇਹ ਸਾਡੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਬਾਬਾ ਸਾਹਿਬ ਅੰਬੇਦਕਰ ਦੇ ਜੀਵਨੀ ਹੈ। ਤਾਂ ਮੈਨੂੰ ਬੜਾ ਸ਼ੌਕ ਸੀ, ਮੈਂ 6ਵੀਂ ਕਲਾਸ ਤੋਂ ਹੀ ਲੈ ਕੇ ਅੱਜ ਤੱਕ
ਉਸ ਚੀਜ਼ ਨੂੰ ਡੂੰਘਾਈ ਨਾਲ ਪੜ੍ਹਿਆ ਸਮੇਤ ਵਿਆਖਿਆ ਔਰ ਉਹਨੂੰ ਸੱਚ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ। ਜੀ ਵਿੱਕੀ ਬਹਾਦਰ ਕੇ ਜੀ, ਜਿਵੇਂ ਕਿ ਹਰ ਇੱਕ ਔਰਤ ਦਾ ਹੱਥ ਹੁੰਦਾ, ਜੇ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਅਤੇ ਮਿਸ਼ਨ ਦੀ ਗੱਲ ਕਰੀਏ ਔਰ ਉਹਨਾਂ ਦੇ ਪਿੱਛੇ ਵੀ ਕਿਸੇ ਔਰਤ ਦਾ ਜ਼ਰੂਰ ਹੱਥ ਸੀ ਕਾਮਯਾਬੀ। ਬਿਲਕੁਲ ਜੀ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਜੀਵਨ ਅਤੇ ਮਿਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਜਿਹੜਾ ਕਿ ਰਮਾਬਾਈ ਅੰਬੇਡਕਰ ਜੀ ਦਾ ਬਹੁਤ ਵੱਡਾ ਯੋਗਦਾਨ ਸਾਡੀ ਮਹਾਨ ਮਾਤਾ ਦਾ ਰਿਹਾ, ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਦੇ ਵਿੱਚ ਰੋੜਾ ਨਹੀਂ ਬਣੇ। ਕਿਉਂਕਿ ਜੇ ਬਾਬਾ ਸਾਹਿਬ ਦੇ ਮਿਸ਼ਨ ਦੇ ਵਿੱਚ ਰਮਾਬਾਈ ਅੰਬੇਡਕਰ ਜੀ ਰੋੜਾ ਬਣ ਜਾਂਦੇ ਤਾਂ ਮੇਰੇ ਹਿਸਾਬ ਦੇ ਨਾਲ ਅੱਜ ਆਪਾਂ ਇਸ ਕੈਮਰੇ ਦੇ ਮੂਹਰੇ ਖੜੇ ਹੋ ਕੇ ਜਾਂ ਅੱਜ ਆਪਾਂ ਇਸ ਮਾਈਕ ਤੇ ਜੋ ਬੋਲ ਰਹੇ ਹਾਂ, ਅੱਜ ਆਪਾਂ ਆਪਣੀ ਆਵਾਜ਼ ਲੋਕਾਂ ਤਾਈਂ ਰੱਖ ਰਹੇ ਹਾਂ, ਮੇਰੇ ਹਿਸਾਬ ਦੇ ਨਾਲ ਅੱਜ ਆਪਾਂ ਆਵਾਜ਼ ਲੋਕਾਂ ਤਾਈਂ ਨਹੀਂ ਲੈ ਕੇ ਪਹੁੰਚਦੇ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਦੇ ਵਿੱਚ ਰਮਾਬਾਈ ਅੰਬੇਡਕਰ ਜੀ ਰੋੜਾ ਬਣ ਜਾਂਦੇ। ਔਰ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਹਦਾ ਹੱਥ ਹੈ ਜੀ? ਜੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਪਿੱਛੇ ਉਹਨਾਂ ਦੀ ਫੈਮਿਲੀ ਦਾ ਹੱਥ ਸੀ, ਜਾਂ ਬਾਬਾ ਸਾਹਿਬ ਅੰਬੇਦਕਰ ਦੇ ਪਤਨੀ ਰਮਾਬਾਈ ਦਾ, ਉਹਨਾਂ ਦਾ ਬਹੁਤ ਵੱਡਾ ਇੱਕ ਜੀਵਨ ਸੰਘਰਸ਼ ਰਿਹਾ ਉਹਨੂੰ ਇੱਥੇ ਤੱਕ ਪਹੁੰਚਾਉਣ ਲਈ, ਤਾਂ ਮੇਰੀ ਫੈਮਿਲੀ ਵਿੱਚ ਵੀ ਮੇਰੀ ਮੰਮਾ ਨੇ ਮੈਨੂੰ ਹਮੇਸ਼ਾ ਸਪੋਰਟ ਕੀਤੀ ਹੈ, ਕਿਉਂਕਿ ਕਦੇ ਰੋਕਿਆ ਨਹੀਂ। ਕਿਉਂਕਿ ਇਹ ਮਿਸ਼ਨ ਇਹੋ ਜਿਹੀ ਚੀਜ਼ ਆ ਵੀ ਇਹਦੇ ਵਿੱਚ ਲੱਗਣਾ ਹੀ ਸਾਰਾ ਕੁਛ ਆ ਤੇ ਮਿਲਣਾ ਕੁਛ ਨਹੀਂ ਗਾ। ਬਸ ਇਹ ਆ ਕਿ ਇਹਦੇ ਵਿੱਚ ਇੱਕ ਇੱਜ਼ਤ ਬਹੁਤ ਵਧੀਆ ਬਣੀ ਹੋਈ ਹੈ। ਅੱਜ ਅਸੀਂ ਜਿੱਥੇ ਜਾਂਦੇ ਹਾਂ ਤਾਂ ਸਾਨੂੰ ਲੋਕ ਸਤਿਕਾਰ ਬਹੁਤ ਦਿੰਦੇ ਆ। ਮਿਸ਼ਨ ਵਿੱਚ ਅਸੀਂ ਸਤਿਕਾਰ ਬਹੁਤ ਕੱਟਿਆ ਹੈ, ਤਾਂ ਉਹਦੇ ਵਿੱਚ ਮੇਰੀ ਮਾਤਾ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਜੋ ਮੈਨੂੰ ਕਦੇ ਰੋਕਦੇ ਨਹੀਂ ਵੀ ਤੂੰ ਨਹੀਂ ਜਾਣਾ ਜਾਂ ਹਨੇਰਾ ਹੋ ਗਿਆ, ਚਾਹੇ ਸਾਨੂੰ ਰਾਤ ਦੇ 2 ਵਜੇ ਕੋਈ ਕੰਮ ਪੈ ਜਾਵੇ, ਕਿਤੇ ਵੀ ਜਾਣਾ ਹੋਵੇ ਅਸੀਂ ਜਾਂਦੇ ਹਾਂ, ਔਰ ਮੇਰੀ ਫੈਮਿਲੀ ਨੂੰ ਕਦੇ ਰੋਕਿਆ ਨਹੀਂ ਗਾ। ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਇਸ ਮਿਸ਼ਨ ਨੂੰ ਲੈ ਕੇ ਚੱਲੇ ਔਰ ਉਸ ਤੋਂ ਬਾਅਦ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਜੋ ਸਾਈਕਲ ਤੇ ਅੱਜ ਪੂਰੀ ਦੁਨੀਆ ਦਾ ਦੌਰ ਕੀਤਾ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ, ਔਰ ਸਾਹਿਬ ਦੀਆਂ ਕਈਆਂ ਹੋਈਆਂ ਜੋ ਨੀਤੀਆਂ ਸੀ, ਔਰ ਕੀ ਸਾਹਿਬ ਵਾਂਗੂ ਤੁਹਾਡਾ ਵੀ ਹੈ ਕਿ ਅਸੀਂ ਵੀ ਮਿਸ਼ਨ ਦੇ ਲਈ ਵਿੱਚ ਜਿੰਨਾ ਵੀ ਵਿਚਰ ਹੋਵੇ ਵੱਧ ਤੋਂ ਵੱਧ ਅਸੀਂ ਜ਼ਿੰਦਗੀ ਲਾਵਾਂਗੇ ਮਿਸ਼ਨ ਦੇ ਲਈ? ਕਹਿੰਦੇ ਸਾਹਿਬ ਕਾਂਸ਼ੀ ਰਾਮ ਇੱਕ ਵਾਰੀ ਬੰਗਿਆਂ ਦੀ ਰੈਲੀ ਤੇ ਆਏ ਸੀ, ਤਾਂ ਉੱਥੋਂ ਦੇ ਕੁਝ ਲੋਕ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਇੱਕ ਦਿਨ ਰੱਖ ਲਓ ਤਾਂ ਆਪਾਂ ਧਰਨਾ ਲਾਈਏ ਤੇ ਆਪਾਂ ਸਰਕਾਰ ਕੋਲੋਂ ਛੁੱਟੀ ਦੀ ਮੰਗ ਕਰੀਏ ਕਿ 14 ਅਪ੍ਰੈਲ ਦੀ ਛੁੱਟੀ ਲੈਣੀ ਹੈ। ਤਾਂ ਸਭ ਕਾਂਸ਼ੀ ਰਾਮ ਨੇ ਗੱਲ ਕਹੀ ਸੀ, ਕਹਿੰਦੇ ਜਿਸ ਸਰਕਾਰ ਕੋਲੋਂ ਤੁਸੀਂ ਛੁੱਟੀ ਦੀ ਮੰਗ ਕਰਦੇ ਆ, ਮੈਂ ਉਸ ਸਰਕਾਰ ਦੀ ਛੁੱਟੀ ਕਰਾਉਣਾ ਚਾਹੁੰਦਾ, ਬਸ ਤੁਸੀਂ ਇਕੱਠੇ ਹੋਵੋ, ਬਸ ਉਸੇ ਸਿਸਟਮ ਨੂੰ ਬਦਲਣ ਲਈ ਕਹਿ ਲਓ ਜਾਂ ਉਹ ਇਸੀ ਸਭ ਕਾਂਸ਼ੀ ਰਾਮ ਦੀਆਂ ਨੀਤੀਆਂ ਪੜ੍ਹ ਕੇ ਉਹਨਾਂ ਦੀ ਗੱਲਾਂ ਲੋਕਾਂ ਕੋਲੋਂ ਸੁਣ ਕੇ ਅਸੀਂ ਤੁਰੇ ਹੋਏ ਹਾਂ। ਮੇਰੀ ਬਦਕਿਸਮਤੀ ਹੈ, ਮੈਂ ਤੁਹਾਨੂੰ ਦਾ ਕਲੀਅਰ ਕਰ ਦੇਵਾਂ ਕਿ ਮੈਂ ਬਹੁਜਨ ਸਮਾਜ ਪਾਰਟੀ ਦਾ ਵਰਕਰ ਜ਼ਰੂਰ ਹਾਂ, ਪਰ ਮੇਰੀ ਬਦਕਿਸਮਤੀ ਹੈ ਕਿ ਮੈਂ ਮਾਨਯਵਰ ਸਾਹਿਬ ਕਾਂਸ਼ੀ ਰਾਮ ਨਹੀਂ ਦੇਖੇ। ਪਰ ਜੇ ਨਹੀਂ ਦੇਖੇ ਤਾਂ ਅਸੀਂ ਇਸ ਮੂਵਮੈਂਟ ਨਾਲ ਖੜੇ ਹੋਏ, ਜੇ ਦੇਖੇ ਹੁੰਦੇ, ਜੇ ਉਹਨਾਂ ਨੇ ਕੰਮ ਕੀਤਾ ਹੁੰਦਾ, ਫਿਰ ਅਸੀਂ ਕਿੱਥੇ ਹੁੰਦੇ। ਬਸ ਉਹ ਸੋਚ ਲੈ ਕੇ ਚੱਲੇ ਹੋਏ ਹਾਂ ਜੀ। ਇੱਕ ਸਾਨੂੰ ਹੋਰ ਵੀ ਗੱਲ ਪਤਾ ਲੱਗੀ ਸੀ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਔਰ ਸਾਡੇ ਬਹੁਤ ਹੀ ਹਰਭਜਨ ਲਾਖਾ ਜੀ ਜਦੋਂ ਸਟੇਜ ਤੇ ਬੈਠੇ ਸੀ, ਤਾਂ ਹਰਭਜਨ ਲਾਖਾ ਜੀ ਮਾਈਕ ਤੇ ਜਾ ਕੇ ਬੋਲਣ ਲੱਗੇ ਔਰ ਹਰਭਜਨ ਲਾਖਾ ਜੀ ਨੇ ਇਹ ਗੱਲ ਕਹੀ ਕਿ ਜੇ ਸਾਡਾ ਰਾਜ ਨਾ ਆਇਆ ਤੇ ਅਸੀਂ ਜਿਹੜਾ ਰਾਜ ਭਾਗ ਹੈ ਉਹ ਜੁੱਤੀ ਦੇ ਨਾਲ ਲੈ ਕੇ ਆਵਾਂਗੇ। ਔਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਉਸ ਤੋਂ ਬਾਅਦ ਬੋਲਣ ਲੱਗੇ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਇਹ ਗੱਲ ਕਹੀ ਕਿ ਜਿਹੜਾ ਰਾਜ ਭਾਗ ਹੈ ਨਾ, ਮੈਂ ਹਰਭਜਨ ਲਾਖਾ ਜੀ ਨੂੰ ਦੋ ਵਾਰੀ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਮੈਂ ਇਹਨੂੰ ਜੁੱਤੀਆਂ ਦੇ ਨਾਲ ਨਹੀਂ ਬਣਾਇਆ, ਇਹਨੂੰ ਮੈਂ ਵੋਟਾਂ ਦੇ ਨਾਲ ਜਿਹੜਾ ਕਿ ਮੈਂਬਰ ਆਫ ਪਾਰਲੀਮੈਂਟ ਬਣਾਇਆ। ਔਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਇਹ ਗੱਲ ਕਹੀ ਕਿ ਜੇ ਲੋਕ ਵੋਟਾਂ ਦੇ ਨਾਲ ਨਾ ਬਣਦੇ ਹੁੰਦੇ, ਜੇ ਜੁੱਤੀਆਂ ਦੇ ਨਾਲ ਅੱਜ ਸਾਡਾ ਰਾਜ ਭਾਗ ਆਉਂਦਾ ਹੁੰਦਾ, ਤੇ ਮੈਂ ਇਹ ਜੋ ਚਮਾਰ ਕੌਮ ਹੈ ਨਾ, ਇਹ ਜੁੱਤੀਆਂ ਬਣਾ ਬਹੁਤ ਲੈਂਦੀ ਹੈ। ਔਰ ਜਿਹੜੇ ਕਿ ਬਾਲਮੀਕੀ ਸਾਡੇ ਭਰਾ ਆ, ਉਹ ਜੁੱਤੀਆਂ ਮਾਰ ਬਹੁਤ ਲੈਂਦੇ। ਮੈਂ ਇਹਨਾਂ ਨੂੰ ਕਹਿਣਾ ਸੀ, ਚਮਾਰੋ ਤੁਸੀਂ ਜੁੱਤੀਆਂ ਮਾਰੀ ਚਲੋ ਔਰ ਬਾਲਮੀਕੀਓ ਤੁਸੀਂ ਚਮਾਰੋ ਤੁਸੀਂ ਬਣਾਈ ਚਲੋ, ਬਾਲਮੀਕੀਓ ਤੁਸੀਂ ਮਾਰੀ ਚਲੋ। ਔਰ ਉਹ ਰਾਜ ਭਾਗ ਦੀ ਗੱਲ ਤੁਸੀਂ ਸਾਹਿਬ ਨੂੰ ਨਹੀਂ ਦੇਖਿਆ, ਤੁਸੀਂ ਸਾਹਿਬ ਦੀਆਂ ਨੀਤੀਆਂ ਨੂੰ ਅੱਗੇ ਲੈ ਕੇ ਜਾਂਦੇ ਹੋ। ਬਹੁਜਨ ਸਮਾਜ ਪਾਰਟੀ ਦੇ ਵਿੱਚ ਤੁਹਾਡਾ ਦਿਲ ਹੈ ਕਿ ਇੱਕ ਨਾ ਇੱਕ ਦਿਨ ਤਾਂ ਜੋ ਸਾਡਾ ਰਾਜ ਭਾਗ ਹੈ ਉਹ ਆਵੇਗਾ, ਤੁਸੀਂ ਇਸ ਆਸ ਔਰ ਉਮੀਦ ਦੇ ਨਾਲ ਬੈਠੇ ਹੋ। ਔਰ ਜਿਹੜਾ ਬਹੁਜਨ ਸਮਾਜ ਪਾਰਟੀ ਦੀ ਇੱਕ ਨੀਤੀ ਹੈ ਜੋ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਬਹੁਤ ਟਾਈਮ ਪਹਿਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਨੂੰ ਅੱਗੇ ਵੱਲ ਲੈ ਕੇ ਗਏ ਸੀ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਇੱਕ ਨੋਟ ਔਰ ਇੱਕ ਵੋਟ ਵਾਲੀ ਜਿਹੜੀ ਨੀਤੀ ਨੂੰ ਅੱਗੇ ਲੈ ਕੇ ਚੱਲੇ ਸੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ, ਕਿ ਅੱਜ ਬਹੁਜਨ ਸਮਾਜ ਪਾਰਟੀ ਉਸ ਨੀਤੀ 'ਤੇ ਚੱਲ ਰਹੀ ਹੈ? ਬਿਲਕੁਲ ਜੀ, ਸਾਨੂੰ ਵੀ ਵੋਟਾਂ ਵਾਲੇ ਦਿਨਾਂ ਵਿੱਚ ਬੜੇ ਸਵਾਰਥੀ ਲੋਕ ਮਿਲਦੇ ਆ ਜੋ ਸਾਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੰਦੇ ਆ। ਤੇ ਚਾਹੇ 17 ਦੇ ਇਲੈਕਸ਼ਨ ਵਿੱਚ ਅਸੀਂ ਆਪਣੇ ਹਲਕੇ ਤੋਂ ਉੱਠ ਕੇ ਫਿਲੌਰ ਹਲਕੇ ਵਿੱਚ ਕੰਮ ਕੀਤਾ ਹੋਵੇ, ਚਾਹੇ ਅਸੀਂ ਕਿਸੇ ਵੀ ਹਲਕੇ ਜਾ ਕੇ ਦਿਨ ਰਾਤ ਕੰਮ ਕੀਤਾ ਹੋਵੇ, ਪਰ ਜਦੋਂ ਅਸੀਂ ਉਹਦਾ ਰਿਜ਼ਲਟ ਜ਼ੀਰੋ ਆਉਂਦਾ, ਕਦੇ ਕਦੇ ਸਾਡਾ ਵੀ ਮਤਲਬ ਅਸੀਂ ਵੀ ਹਤਾਸ਼ ਹੋ ਜਾਂਦੇ ਹਾਂ। ਪਰ ਜਦੋਂ ਸਮਾਜ ਦੇ ਅੰਦਰ ਜ਼ੁਲਮ ਇਹ ਜ਼ਬਰ ਦੇਖਦੇ ਹਾਂ ਕਿ ਇਲੈਕਸ਼ਨ ਖਤਮ ਹੋਏ ਨਹੀਂ, ਸਾਡਾ ਰਿਜ਼ਲਟ ਜ਼ੀਰੋ ਆਇਆ, ਪਰ ਜਦੋਂ ਟੀਵੀ ਲਾ ਕੇ ਦੇਖੀ ਤੇ ਨਿਊਜ਼ ਦੇਖੀ ਤੇ ਕਿ ਸਾਡੇ ਸਮਾਜ ਨਾਲ ਇੱਥੇ ਧੱਕਾ ਹੋ ਗਿਆ, ਕਿਸੇ ਮੰਦਿਰ 'ਚ ਧੱਕਾ ਹੋ ਗਿਆ, ਸਾਨੂੰ ਸਕੂਲ 'ਚ ਨਹੀਂ ਵੜ ਦਿੱਤਾ, ਮਤਲਬ ਜਦੋਂ ਇੱਦਾਂ ਦੀਆਂ ਅਸੀਂ ਨਿਊਜ਼ ਦੇਖਦੇ ਹਾਂ ਫਿਰ ਸਾਡੇ ਕੋਲ ਘਰ ਨਹੀਂ ਬੈਠ ਹੁੰਦੇ ਤੇ ਅਸੀਂ ਉਸੇ ਆਸ ਔਰ ਉਮੀਦ ਨਾਲ ਲੈ ਕੇ ਸਮਾਜ ਵਿੱਚ ਵਿਚਰਦੇ ਰਹਿੰਦੇ ਹਾਂ। ਔਰ 2019 ਨੂੰ ਫਤਿਹ ਕਰਨ ਲਈ ਤੁਰੇ ਹੋਏ ਹਾਂ ਔਰ
ਆਪਣਾ ਰਾਜ ਲਿਆਉਣ ਲਈ ਅਸੀਂ ਹਰ ਵੇਲੇ 24 ਘੰਟੇ ਲਗਾਤਾਰ ਮਿਹਨਤ ਕਰਦੇ ਹਾਂ। ਕੈਡਰ ਕੈਂਪ ਚਾਹੇ ਰੈਲੀਆਂ ਮੀਟਿੰਗਾਂ ਜੋ ਵੀ ਸਾਡੇ ਕੋਲ ਹੱਥ ਕੰਡਾ ਪਨਾ ਹੁੰਦਾ ਉਹ ਅਸੀਂ ਬਣਾਉਂਦੇ ਹਾਂ। ਤੁਸੀਂ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਤੇ ਬਹੁਤ ਸਾਰੀਆਂ ਰਚਨਾਵਾਂ ਗਈਆਂ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜੀਵਨ ਅਤੇ ਮਿਸ਼ਨ ਤੇ ਵੀ ਤੁਸੀਂ ਬਹੁਤ ਸਾਰੀਆਂ ਰਚਨਾਵਾਂ ਗਈਆਂ। ਤੁਸੀਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਅਤੇ ਮਿਸ਼ਨ ਤੇ ਕੋਈ ਅਜੇ ਤੱਕ ਰਚਨਾ ਜੋ ਵੀ ਰਿਕਾਰਡ ਕਰਵਾਈ? ਮੈਂ 2017 ਵਿੱਚ ਕੀਤੀ ਸੀ ਤੇ ਹੁਣ ਅਸੀਂ ਮਿਸ਼ਨ 2019 ਇੱਕ ਐਲਬਮ ਕਰ ਰਹੇ ਹਾਂ। ਉਹਦੇ ਵਿੱਚ ਜਨਾਬ ਰਤੂ ਰੰਧਾਵਾ ਜੀ ਕਲਮ ਨੇ ਲਿਖਿਆ ਹੈ ਤੇ ਉਹ ਅਸੀਂ ਜਲਦੀ ਜੀ ਲੋਕਾਂ ਤੱਕ ਪਹੁੰਚਦੀ ਕਰਾਂਗੇ। ਜੇ ਜੋ 17 ਦੇ ਵਿੱਚ ਤੁਸੀਂ ਮਿਸ਼ਨ 2017 ਦੇ ਵਿੱਚ ਕੀਤੀ ਸੀ ਉਹ 4 ਲਾਈਨਾਂ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ, ਕਿਉਂਕਿ ਅੱਜ ਵਿੱਕੀ ਬਹਾਦਰ ਕੇ ਜੀ ਨੂੰ ਜੇ ਇਸ ਚੈਨਲ ਤੋਂ ਲੋਕ ਦੇਖ ਰਹੇ ਨੇ ਔਰ ਅਸੀਂ ਆਸ ਔਰ ਇਸੇ ਉਮੀਦ ਦੇ ਨਾਲ ਕ੍ਰਾਂਤੀ ਟੀਵੀ ਤੁਹਾਡੇ ਦਰ ਤੱਕ ਪਹੁੰਚਿਆ ਕਿ ਸਾਨੂੰ ਬਹੁਤ ਭਰਮਾ ਹੁੰਗਾਰਾ ਮਿਲੇਗਾ ਜੀ। ਮੈਂ 2017 ਵਿੱਚ ਕੀ ਕੀਤਾ ਸਾਹਿਬ ਕਾਂਸ਼ੀ ਰਾਮ ਜੀ ਦਾ ਉਹ 25 ਸਾਲੀ ਰਾਜੇ ਬਣਨ ਦਾ ਮੌਕਾ ਆਇਆ ਏ, ਉਹ ਖੁੰਝ ਨਾ ਜਾਵੇ ਮੌਕਾ ਬਸਪਾ ਹੋਕਾ ਲਾਇਆ ਏ। ਉਹ 25 ਸਾਲੀ ਰਾਜੇ ਬਣਨ ਦਾ ਮੌਕਾ ਆਇਆ ਏ, ਉਹ ਖੁੰਝ ਨਾ ਜਾਵੇ ਮੌਕਾ ਬਸਪਾ ਹੋਕਾ ਲਾਇਆ ਏ। ਗੁਰੂ ਰਵਿਦਾਸ ਤੇ ਭੀਮ ਰਾਓ ਦੇ ਜਿੱਥੇ ਖੜ ਜਾਂਦੇ ਪਿੱਛੇ ਹਟਦੇ ਨਾ, ਰਹਿਣਾ ਚੜ੍ਹਦੀ ਕਲਾ ਵਿੱਚ ਸਿੱਖਿਆਏ ਗੋਡੇ ਟੇਕ ਕੇ ਲਾਹਣਤਾਂ ਖੱਟ ਦੇਣਾ। ਇੱਕ ਮਰੇ ਤੇ ਜੰਮ 1000 ਪੈਂਦਾ, ਗਿਣ ਕੇ ਵੇਖ ਲੋ ਗਿਣਤੀ ਵਿੱਚ ਘੱਟ ਦੇਣਾ। ਜਦੋਂ ਤੱਕ ਨਾ ਆਪਣੀ ਜਿੱਤ ਹੋਵੇ ਰੱਤੂ ਪੈਰ ਮੈਦਾਨ ਚੋਂ ਪੱਟ ਦੇਣਾ। ਰੱਤੂ ਪੈਰ ਮੈਦਾਨ ਚੋਂ ਪੱਟ ਦੇਣਾ, ਜਦੋਂ ਤੱਕ ਨਾ ਆਪਣੀ ਜਿੱਤ ਹੋਵੇ ਰੱਤੂ ਪੈਰ ਮੈਦਾਨ ਚੋਂ ਪੱਟ ਦੇਣਾ। ਹਾਂਜੀ, ਸਭ ਤੋਂ ਪਹਿਲਾਂ ਆਂਟੀ ਜੀ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਔਰ ਅੱਜ ਵਿੱਕੀ ਬਹਾਦਰ ਕੇ ਜੀ ਜਿਹੜੇ ਕਿ ਇਸ ਨਗਰ ਦੇ ਜੰਪਲ ਨੇ ਔਰ ਜਿਨ੍ਹਾਂ ਨੇ ਕਿ ਮਿਸ਼ਨ ਦੀਆਂ ਧੁਨਾਂ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਆਪਣੇ ਰਹਿਬਰਾਂ ਦੇ ਮਿਸ਼ਨ ਦਾ ਪ੍ਰਚਾਰ ਔਰ ਪ੍ਰਸਾਰ ਕਰਦੇ ਨੇ ਔਰ ਜਿੱਥੇ ਪੂਰੀ ਦੁਨੀਆ ਨੂੰ ਅੱਜ ਪੂਰੇ ਸਮਾਜ ਨੂੰ ਵਿੱਕੀ ਬਹਾਦਰ ਜੀ ਕੇ ਉੱਪਰ ਬਹੁਤ ਮਾਣ ਹੈ ਔਰ ਤੁਸੀਂ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ? ਬਹੁਤ ਜ਼ਿਆਦਾ ਮਾਣ ਕਰਦੇ ਹਾਂ ਕਿਉਂਕਿ ਇਹ ਬੱਚਾ ਛੋਟਾ ਜਿਹਾ ਹੁੰਦਾ ਸੀ, ਗਲੀਆਂ 'ਚ ਗਾਉਂਦਾ ਹੁੰਦਾ ਸੀ ਜੀ ਤੇ ਸਾਡੇ ਵਿੱਚ ਜੰਮਿਆ ਪਲਿਆ ਬੜਾ ਅੱਛਾ ਬੱਚਾ ਹੈ ਜੀ, ਸੋਚ ਬੜੀ ਅੱਛੀ ਹੈ ਜੀ ਜੀ। ਇਹ ਵਿੱਕੀ ਬਹਾਦਰ ਕੇ ਜੀ ਜਿਹੜੇ ਕਿ ਅੱਜ ਆਪਾਂ ਪੂਰੀ ਜਿਨ੍ਹਾਂ ਦੀ ਫੈਮਿਲੀ ਦੇ ਨਾਲ ਬੈਠੇ ਹਾਂ ਔਰ ਸਾਡੇ ਇਸ ਨਗਰ ਤੋਂ ਸਰਪੰਚ ਸਾਹਿਬਾ ਜੀ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਕਿ ਵਿੱਕੀ ਬਹਾਦਰ ਕੇ ਜੀ ਛੋਟੇ ਹੁੰਦੇ ਹੀ ਗਲੀ ਮੁਹੱਲੇ ਦੇ ਵਿੱਚ ਜਿਨ੍ਹਾਂ ਨੇ ਜੇ ਗਲੀ 'ਚੋਂ ਬਾਹਰ ਜਾਣਾ ਤਾਂ ਵੀ ਗਾਉਂਦਿਆਂ ਨੇ ਜਾਣਾ ਜਾਂ ਗਲੀ ਦੇ ਅੰਦਰ ਆਉਣਾ ਤਾਂ ਵੀ ਗਾਉਂਦਿਆਂ ਨੇ ਆਉਣਾ। ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ। ਔਰ ਵਿੱਕੀ ਬਹਾਦਰ ਕੇ ਜੀ ਦੇ ਫਾਦਰ ਸਾਹਿਬ ਔਰ ਉਹਨਾਂ ਦੇ ਮਦਰ ਜਿਹੜੇ ਕਿ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਜੇ ਸਾਡਾ ਬੱਚਾ ਛੋਟਾ ਹੁੰਦਾ ਹੈ ਜੇ ਮਿਸ਼ਨ ਦੇ ਵਿੱਚ ਲੱਗਾ ਔਰ ਅਸੀਂ ਵੱਧ ਤੋਂ ਵੱਧ ਇਹਦਾ ਸਹਿਯੋਗ ਕਰੀਏ ਕਿਉਂਕਿ ਇਹ ਮੈਸੇਜ ਹਰ ਇੱਕ ਮਾਂ, ਹਰ ਇੱਕ ਪਿਓ, ਹਰ ਇੱਕ ਭੈਣ, ਹਰ ਇੱਕ ਭਰਾ ਤੱਕ ਜਾਣਾ ਚਾਹੀਦਾ ਹੈ। ਇਹ ਕਿ ਜੋ ਸਾਡੇ ਰਹਿਬਰਾਂ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਸਾਡਾ ਬੇਟਾ, ਸਾਡੀ ਬੇਟੀ ਜਾਂ ਸਾਡਾ ਕੋਈ ਭੈਣ, ਸਾਡਾ ਭਰਾ ਕੋਈ ਵੀ ਇਸ ਮਿਸ਼ਨ ਦੀ ਗੱਲ ਕਰਦਾ ਹੈ ਉਹਨੂੰ ਵੱਧ ਤੋਂ ਵੱਧ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਔਰ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਬੈਠੇ ਨੇ। ਅੰਕਲ ਜੀ ਜੈ ਗੁਰਦੇਵ, ਜੈ ਭੀਮ ਜੀ। ਅੰਕਲ ਜੀ ਅੱਜ ਤੁਹਾਡੇ ਬੇਟੇ ਦਾ ਨਾਮ ਵਿੱਕੀ ਬਹਾਦਰ ਕੇ ਔਰ ਜਿੱਥੇ ਤੁਹਾਡੇ ਬੇਟੇ ਦਾ ਨਾਮ ਉੱਥੇ ਤੁਹਾਡੇ ਪਿੰਡ ਦਾ ਨਾਮ ਵੀ ਨਾਲ ਜੁੜਿਆ ਹੋਇਆ ਵਿੱਕੀ ਬਹਾਦਰ ਕੇ ਔਰ ਪੂਰੇ ਸਮਾਜ ਨੂੰ, ਪੂਰੇ ਵਰਲਡ ਨੂੰ ਇਸ ਵਿੱਕੀ ਬਹਾਦਰ ਕੇ ਦੇ ਉੱਪਰ ਬਹੁਤ ਸਾਰਾ ਮਾਣ ਹੈ। ਬੜਾ ਸਤਿਕਾਰ ਕਰਦੇ ਹੋ, ਤੁਹਾਡਾ ਵੀ ਸਤਿਕਾਰ ਕਰਦੇ ਹੋ ਔਰ ਅੱਜ ਕ੍ਰਾਂਤੀ ਟੀਵੀ ਦੀ ਪੂਰੀ ਟੀਮ ਤੁਹਾਡੇ ਦਰ 'ਤੇ ਆਏ ਹੈ ਕਿਉਂਕਿ ਇਹ ਮਿਸ਼ਨ ਦੇ ਜੋ ਜਿੰਨੇ ਵੀ ਲੋਕ ਮਿਸ਼ਨ ਦੇ ਲਈ ਕੰਮ ਕਰਦੇ ਨੇ ਔਰ ਅਸੀਂ ਉਹਨਾਂ ਨੂੰ ਚਾਹੇ ਕਿ ਜਿਹੜਾ ਕਿ ਅਸੀਂ ਪ੍ਰੋਗਰਾਮ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਸ਼ਿੰਦਾ ਕੌਲਧਾਰ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਿੰਦਰ ਬੱਬੂ ਜੀ ਔਰ ਮੈਡਮ ਰੇਖਾ ਜੀ, ਦੀਪਕ ਹੀਰ ਜੀ ਜਿਨ੍ਹਾਂ ਨੇ ਇਹ ਪੂਰੀ ਟੀਮ ਨੇ ਇਹ ਪਰਨ ਕੀਤਾ ਕਿ ਜਿੰਨੇ ਸਾਡੇ ਸਮਾਜ ਦੇ ਲੋਕ ਹੈ ਔਰ ਜਿਹੜੇ ਕਿ ਹਮੇਸ਼ਾ ਮਿਸ਼ਨ ਦੇ ਵਿੱਚ ਕੋਈ ਨਾ ਕੋਈ ਨਵੇਂ ਤੋਂ ਨਵਾਂ ਉਪਰਾਲਾ ਕਰਦੇ ਰਹਿੰਦੇ ਨੇ ਔਰ ਆਪਾਂ ਉਹਨਾਂ ਨੂੰ ਕੌਮ ਦੇ ਹੀਰੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣਾ ਔਰ ਅੱਜ ਪੂਰਾ ਵਰਲਡ ਇਹ ਤੁਹਾਡੇ ਬੱਚੇ ਦੇ ਉੱਪਰ ਮਾਣ ਕਰਦਾ ਹੈ। ਵਿੱਕੀ ਵੀ ਹੈ ਔਰ ਨਾਲ ਬਹਾਦਰ ਕੇ ਵੀ ਹੈ। ਦੇਖੋ ਤੁਹਾਡੇ ਬੇਟੇ ਦਾ ਨਾਂ ਵੀ ਜੁੜਿਆ ਔਰ ਤੁਹਾਡੇ ਨਗਰ ਦਾ ਨਾਂ ਵੀ ਜੁੜਿਆ ਹੈ। ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ? ਬਿਲਕੁਲ ਜੀ, ਮਾਣ ਤਾਂ ਬਹੁਤ ਮਹਿਸੂਸ ਹੋ ਰਿਹਾ ਜੀ। ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ ਇਕੱਲਾ ਵਿੱਕੀ ਨਹੀਂ ਜੀ, ਸਾਡਾ ਮੈਂ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਦਾ, ਸਾਡਾ ਪੂਰੇ ਦਾ ਪੂਰਾ ਪਰਿਵਾਰ ਜੀ, ਪੂਰੇ ਦੀ ਪੂਰੀ ਫੈਮਿਲੀ ਸਾਡੀ ਅਸੀਂ ਮਿਸ਼ਨ ਦੇ ਨਾਲ ਰਿਲੇਟਡ ਹੈ। ਬਿਲਕੁਲ ਦਿਨ ਰਾਤ ਅਸੀਂ ਮਿਸ਼ਨ ਦੀ ਸੇਵਾ ਕਰਦੇ ਹਾਂ ਜੀ। ਜਦੋਂ ਕੋਈ ਸਮਾਜ ਦੇ ਵਿੱਚ ਸਾਨੂੰ ਰਾਤ ਧੱਕਾ ਨਜ਼ਰ ਆਉਂਦਾ ਦਿਨੇ ਜਾਂ ਸਾਡੇ ਨਾਲ ਕਿਤੇ ਕੋਈ ਵਧੀਕੀ ਹੋਈ ਹੁੰਦੀ ਆ
ਅਸੀਂ ਉਹਦੇ ਤੇ ਬੈਠ ਕੇ ਰਾਤ ਨੂੰ ਵਿਚਾਰ ਵਟਾਂਦਰਾ ਵੀ ਕਰਦੇ ਹਾਂ। ਰਾਤ ਨੂੰ 12-12 1-1 ਵਜੇ ਤੱਕ 2-2 ਵਜੇ ਤੱਕ ਜੀ ਅਸੀਂ ਉਹਦੇ ਤੇ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਦੇ ਹਾਂ। ਅਸੀਂ ਉਹਦੇ ਲਈ ਕੋਈ ਨਾ ਕੋਈ ਕਿਸ ਤਰ੍ਹਾਂ ਸੋਲੂਸ਼ਨ ਨਿਕਲਣਾ ਜਾਂ ਕੀ ਇਹਦਾ ਸੋਲੂਸ਼ਨ ਆ, ਅਸੀਂ ਉਹਦੇ ਬਾਰੇ ਵੀ ਕਾਫੀ ਦੇਰ ਤੱਕ ਗੱਲਬਾਤ ਕਰਦੇ ਹਾਂ। ਫਿਰ ਜਿੱਥੇ ਤੱਕ ਅਸੀਂ ਉਹਦੇ ਲਈ ਆਪਣੇ ਸਮਾਜ ਦੇ ਲੋਕਾਂ ਤੱਕ ਜਾਣਾ ਹੁੰਦਾ ਜਾਂ ਸਮਾਜ ਦੇ ਲੋਕਾਂ ਨਾਲ ਗੱਲ ਕਰਨੀ ਹੁੰਦੀ ਆ, ਅਸੀਂ ਉਹ ਵੀ ਦੇਰ ਰਾਤ ਤੱਕ ਗੱਲ ਕਰਦੇ ਜੀ। ਇਹ ਮਿਸ਼ਨ ਨੂੰ ਵਿੱਕੀ ਬਹਾਦਰ ਕੇ ਜੀ ਕਿ ਇਸੇ ਤਰ੍ਹਾਂ ਹੀ ਅੱਗੇ ਲੈ ਕੇ ਜਾਣਗੇ? ਜੀ ਬਿਲਕੁਲ, ਅਸੀਂ ਜਦੋਂ ਤੱਕ ਸਾਡੇ ਪੂਰੇ ਪਰਿਵਾਰ ਦੇ ਸਾਹ ਚੱਲਣਗੇ ਅਸੀਂ ਬਿਲਕੁਲ BSP ਦੀ ਸੇਵਾ ਔਰ ਆਪਣੇ ਸਮਾਜ ਦੀ ਸੇਵਾ ਇਸ ਤਰ੍ਹਾਂ ਹੀ ਕਰਾਂਗੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਲੈ ਕੇ ਔਰ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਇਸ ਤਰ੍ਹਾਂ ਹੀ ਚੱਲਾਂਗੇ। ਆਓ ਆਪਾਂ ਵਿੱਕੀ ਬਹਾਦਰ ਕੇ ਜੀ ਦੇ ਮਾਤਾ ਜੀ ਨਾਲ ਗੱਲ ਕਰਦੇ ਹਾਂ ਜੀ। ਹਾਂਜੀ ਆਂਟੀ ਜੀ, ਜੈ ਗੁਰਦੇਵ ਜੈ ਭੀਮ ਜੀ। ਆਂਟੀ ਜੀ, ਜਿਵੇਂ ਕਿ ਕ੍ਰਾਂਤੀ TV ਅੱਜ ਤੁਹਾਡੇ ਬੇਟੇ ਨੂੰ ਕੌਮ ਦੇ ਹੀਰੇ ਦੇ ਵਿੱਚ ਮੁੱਖ ਰੱਖਦੇ ਹੋਏ ਅੱਜ ਤੁਹਾਡੇ ਦਰ ਤੇ ਆਏ ਹੋਏ ਹਾਂ। ਅਸੀਂ ਕ੍ਰਾਂਤੀ TV ਦੀ ਪੂਰੀ ਟੀਮ ਨੇ ਇਹ ਪਰਨ ਕੀਤਾ ਹੈ ਕਿ ਜਿੰਨੇ ਵੀ ਸਾਡੇ ਸਮਾਜ ਦੇ ਹੀਰੇ ਆ, ਜਿਨ੍ਹਾਂ ਨੇ ਸਮਾਜ ਦੇ ਲਈ ਕੁਛ ਨਾ ਕੁਛ ਕੀਤਾ ਹੈ, ਅਸੀਂ ਉਹਨਾਂ ਨੂੰ ਪ੍ਰੋਗਰਾਮ ਕੌਮ ਦੇ ਹੀਰੇ ਦੇ ਵਿੱਚ ਲੈ ਕੇ ਆਈਏ। ਔਰ ਅੱਜ ਅਸੀਂ ਤੁਹਾਡੇ ਦਰ ਤੇ ਆਏ ਹਾਂ। ਔਰ ਅੱਜ ਦੀ ਜਿਵੇਂ ਕਿ ਨੌਜਵਾਨ ਪੀੜ੍ਹੀ ਹੈ ਔਰ ਨਸ਼ਿਆਂ ਵੱਲ ਜ਼ਿਆਦਾ ਰੁਝਾਨ ਹੈ ਔਰ ਤੁਹਾਡੇ ਪੁੱਤਰ ਦਾ ਮਿਸ਼ਨ ਵੱਲ ਜ਼ਿਆਦਾ ਰੁਝਾਨ ਹੈ। ਤੁਹਾਨੂੰ ਵਿੱਕੀ ਤੋਂ ਇਦਾਂ ਦੀ ਕੋਈ ਸ਼ਿਕਾਇਤ ਤਾਂ ਨਹੀਂ ਕਿ ਕੋਈ ਨਸ਼ਾ ਜਾਂ ਕੁਛ ਇੱਦਾਂ? नहीं, मेरे बेटे की शिकायत कोई नहीं आई। मेरे बेटे बहुत सोहने अच्छा है। सब ਦੇ ਬੱਚੇ ਇੱਦਾਂ ਹੀ ਹੋਣ ਜਿੱਦਾਂ ਦੀ ਸਮਾਗ ਵੱਲ ਧਿਆਨ ਹੈ ਤਾਂ ਛੋਟੇ ਹੁੰਦੇ ਦਾ ਜੀ 12 ਸਾਲ ਦਾ ਸੀਗਾ ਜਿੱਦਾਂ ਧਿਆਨ ਚਲੇ ਗਿਆ, ਬਹੁਤ ਵਧੀਆ ਤਰੀਕੇ ਧਿਆਨ ਗਿਆ। ਸਭ ਦੇ ਬੱਚੇ ਇੱਦਾਂ ਹੀ ਹੋਣ ਤੇ ਕੋਈ ਨਸ਼ਿਆਂ ਵੱਲ ਨਾ ਦੇਖੇ ਜੀ। ਤੇ ਮੇਰੇ ਪੁੱਤ ਹੀਰਾ ਬਹੁਤ ਸੋਹਣੇ ਧਿਆਨ ਦਿੰਦਾ ਹੈ ਜੀ। ਜਿਵੇਂ ਕਿ ਵਿੱਕੀ ਬਹਾਦਰ ਕੇ ਅਸੀਂ ਉਹਨਾਂ ਦੀ ਫੈਮਿਲੀ ਦੇ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਦੇ ਮਾਤਾ ਜੀ ਨੇ ਇਹ ਗੱਲ ਕਹੀ ਕਿ ਮੇਰਾ ਤਾਂ ਹਰ ਇੱਕ ਸਮਾਜ ਦੇ ਬੱਚੇ ਨੂੰ, ਹਰ ਇੱਕ ਸਮਾਜ ਦੇ ਨੌਜਵਾਨ ਨੂੰ ਇਹੀ ਕਹਿਣਾ ਹੈ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ। ਜਿਵੇਂ ਕਿ ਮੇਰਾ ਬੇਟਾ ਇੱਕ ਮਿਸ਼ਨ ਤੇ ਚੱਲਿਆ ਹੋਇਆ, ਤੁਸੀਂ ਵੀ ਉਸ ਮਿਸ਼ਨ ਤੇ ਚੱਲੋ। ਆਓ ਆਪਾਂ ਵਿੱਕੀ ਬਹਾਦਰ ਕੇ ਜੀ ਔਰ ਉਹਨਾਂ ਦੇ ਹੀ ਪਰਿਵਾਰ ਦੇ ਵਿੱਚੋਂ ਸਾਡੇ ਟੀਚਰ ਨੇ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ। ਉਹਨਾਂ ਦਾ ਵਿੱਕੀ ਬਹਾਦਰ ਕੇ ਜੀ ਦੇ ਉੱਪਰ ਕੀ ਕਹਿਣਾ ਹੈ? ਹਾਂਜੀ, ਜੈ ਗੁਰਦੇਵ ਜੈ ਭੀਮ ਜੀ। ਮੈਡਮ, ਜਿਵੇਂ ਕਿ ਵਿੱਕੀ ਬਹਾਦਰ ਕੇ ਜੀ ਦਾ ਅੱਜ ਪੂਰੀ ਦੁਨੀਆ ਤੇ ਨਾਮ ਹੈ ਔਰ ਵਿੱਕੀ ਬਹਾਦਰ ਕੇ ਜੀ ਨੂੰ ਦੇ ਉੱਪਰ ਪੂਰੇ ਸਮਾਜ ਨੂੰ ਬਹੁਤ ਸਾਰਾ ਮਾਣ ਹੈ ਔਰ ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਵਿੱਕੀ ਬਹਾਦਰ ਕੇ ਜੀ? ਹਾਂਜੀ, ਸਾਨੂੰ ਵਿੱਕੀ ਬਹਾਦਰ ਕੇ ਤੇ ਬਹੁਤ ਮਾਣ ਹੈ ਜੀ। ਜਦੋਂ ਮੇਰੀ ਮੈਰਿਜ ਹੋਈ ਸੀ ਇਹ ਛੋਟੇ ਛੋਟੇ ਸੀਗੇ, ਕਾਫੀ ਅਸੀਂ ਗਲੀਆਂ 'ਚ ਇਹਨਾਂ ਨੂੰ ਗੁਣਗੁਣਾਉਂਦੇ ਸੁਣਿਆ। ਬਹੁਤ ਵਧੀਆ ਬੱਚੇ ਨੇ ਤੇ ਸਾਰਿਆਂ ਦੀ ਇੱਜ਼ਤ ਕਰਨ ਵਾਲੇ ਨੇ ਤੇ ਅਸੀਂ ਤਾਂ ਇਹ ਕਹਿੰਦੇ ਵੀ ਇਹ ਵੱਧ ਚੜ ਕੇ ਉੱਨਤੀ ਕਰੇ ਤੇ ਇਹਦਾ ਨਾਮ ਹੋਰ ਉੱਚਾ ਹੋਵੇ। ਹਾਂਜੀ, ਤੁਸੀਂ ਵੀ ਇੱਕ ਟੀਚਰ ਲਾਈਨ ਦੇ ਵਿੱਚੋਂ ਔਰ ਤੁਸੀਂ ਕ੍ਰਾਂਤੀ TV ਦੇ ਜ਼ਰੀਏ ਔਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਬਾਰੇ ਔਰ ਵਿਦਿਆ ਦੇ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਪੜ੍ਹਾਈ ਵਿੱਚ ਜ਼ਿਆਦਾ ਧਿਆਨ ਦੇਣ ਔਰ ਨਸ਼ਿਆਂ ਵੱਲ ਨਾ ਧਿਆਨ ਦੇਣ। ਜਿੱਦਾਂ ਕਿ ਅੱਜ ਕੱਲ੍ਹ ਆਪਣੇ ਬੱਚੇ ਜਿਹੜੇ ਨੇ ਉਹ ਨਸ਼ਿਆਂ ਵੱਲ ਬਹੁਤ ਜਾ ਰਹੇ ਨੇ ਤੇ ਜੇ ਆਪਾਂ ਇਹਨਾਂ ਨੂੰ ਖ਼ਤਮ ਕਰੀਏ ਜਾਂ ਇਹਨਾਂ 'ਤੇ ਰੋਕ ਲਗਾਈਏ ਤੇ ਇਹ ਬੱਚੇ ਰੁਕ ਵੀ ਸਕਦੇ ਨੇ। ਪਰ ਸਰਕਾਰ ਜਿਹੜੀ ਹੈ ਕਿ ਆਪਣੀ ਇਹ ਕੁਛ ਕਰ ਨਹੀਂ ਰਹੀ ਹੈ ਤੇ ਜੇ ਆਪਾਂ ਸਰਕਾਰ ਨੂੰ ਵੀ ਕਹੀਏ ਇਹ ਵੀ ਇਹਨੂੰ ਖ਼ਤਮ ਕਰਨ ਤੇ ਆਪਣੇ ਜਿਹੜੇ ਬੱਚੇ ਨੇ, ਨੌਜਵਾਨ ਨੇ ਜਿਹੜੇ ਆਪਣੀ ਜ਼ਿੰਦਗੀਆਂ ਖ਼ਰਾਬ ਕਰ ਰਹੇ ਨੇ ਤੇ ਇਹ ਸ਼ਾਇਦ ਉਹ ਤੋਂ ਖ਼ਤਮ ਵੀ ਠੀਕ ਵੀ ਹੋ ਸਕਦੇ ਨੇ। ਤੇ ਬਸ ਮੈਂ ਇਹ ਕਹਿੰਦੀ ਹਾਂ ਵੀ ਇਹ ਜਿਹੜੇ ਕਿ ਆਪਣੇ ਨੌਜਵਾਨ ਪੀੜ੍ਹੀਆਂ ਨਸ਼ਿਆਂ ਵੱਲ ਨਾ ਜਾਵੇ ਤੇ ਆਪਣੀ ਵਧੀਆ ਪੜ੍ਹਾਈ ਕਰਨ, ਵਧੀਆ ਕੰਮਕਾਰ ਕਰਨ ਤੇ ਉੱਚੇ ਅਹੁਦਿਆਂ ਤੇ ਹੋਣ ਤੇ ਆਪਣੇ ਜਿਹੜਾ ਕਿ ਨਸ਼ਾ ਖਤਮ ਕੀਤਾ ਜਾਵੇ। ਬਾਬਾ ਸਾਹਿਬ ਨੇ ਕਿਹਾ ਸੀ ਔਰਤਾਂ ਨੂੰ ਆਪਣੇ ਆਪ ਨੂੰ ਮਤ ਛੂਤ ਸਮਝੋ। ਅੱਜ ਕੱਲ੍ਹ ਬਿਨਾਂ ਪੜ੍ਹਾਈ ਤੋਂ ਨਾਰੀ ਤੇ ਜਿੰਦ ਜਾਨ ਤੋਂ ਬਿਨਾਂ ਕਲਬੂਤ ਸਮਝੋ। ਜਿਸ ਸਮਾਜ ਵਿੱਚ ਔਰਤਾਂ ਜਾਗ ਪਈਆਂ ਉਹ ਸਮਾਜ ਬੁਲੰਦ ਮਜ਼ਬੂਤ ਸਮਝੋ, ਉਹ ਸਮਾਜ ਬੁਲੰਦ ਮਜ਼ਬੂਤ ਸਮਝੋ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ। ਇਹ ਸੀ ਸਾਡਾ ਪ੍ਰੋਗਰਾਮ ਕੌਮ ਦੇ ਹੀਰੇ, ਜਿਸ ਨੂੰ ਤੁਸੀਂ ਬਹੁਤ ਮਾਣ ਸਤਿਕਾਰ ਦੇ ਰਹੇ ਹੋ। ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਸ਼ਖਸੀਅਤ ਨੂੰ ਆਪ ਜੀ ਨਾਲ ਰੂਬਰੂ ਕਰਵਾਵਾਂਗੇ। ਜੈ ਗੁਰਦੇਵ, ਜੈ ਭੀਮ।